ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਤੁਸੋ ਨਾ ਨਾਥ ਅਨਾਥ ਨਾ ਮੋਸਾਰ, ਤੁਸੋ ਨਾ ਦਾਨੀ ਨਾ ਮੋਸੋ ਭਿਖਾਰੀ। ਮੋਸੋ ਨਾ ਦੀਨ ਦਇਆਲ ਨਾ ਤੋਸਰ, ਮੋਸੋ ਅਗਿਆਨ ਨਾ ਤੋਸੋ ਵਿਚਾਰੀ। ਮੋਸੋ ਨਾ ਪਤਿਤ ਨਾ ਪਾਵਨ ਤੋਸਾਰ, ਮੋਸੋ ਅਗਿਆਨ ਨਾ ਤੋਸੋ ਵਿਚਾਰੀ। ਮੋਸੋ ਨਾ ਪਤਿਤ ਨਾ ਪਾਵਨ ਤੋਸਾਰ, ਮੋਸੋ ਅਗਿਆਨ ਨਾ ਤੋਸੋ ਵਿਚਾਰੀ। ਮੋਰੇ ਹੈ ਔਗੁਣ ਤੂੰ ਗੁਣ ਸਾਗਰ, ਜਾਤਿ ਰਸਾਤਲ ਓਟ ਤਿਹਾਰੀ। ਤੂੰ ਚੌ ਸੱਜਣ ਮੈਂਡਿਆ ਦੇਈ ਸਿਸ ਉਤਾਰ, ਨੈਣ ਮਹਿੰਜੇ ਤਰਸਦੇ ਕਦ ਪੱਸੀ ਦੀਦਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਪੰਜਵਾਂ। ਅਸ਼ਟਪਦੀ ਇਕ ਓੰਕਾਰ, ਸਤਿਗੁਰ ਪ੍ਰਸਾਦ। ਦਰਸ਼ਨ ਭੇਟਤ ਪਾਪ ਸਭ ਨਾਸਹਿ, ਹਰਿ ਸਿਉ ਦੇ ਮਿਲਾਈ। ਦਰਸ਼ਨ ਭੇਟਤ ਪਾਪ ਸਭ ਨਾਸਹਿ, ਹਰਿ ਸਿਉ ਦੇ ਮਿਲਾਈ। ਮੇਰਾ ਗੁਰ ਪਰਮੇਸ਼ਰ ਸੁਖਦਾਈ, ਪਾਰ ਬ੍ਰਹਮ ਕਾ ਨਾਮ ਦ੍ਰਿੜਾਏ। ਅੰਤੇ ਹੋਏ ਸਖਾਈ, ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਸ਼ਬਦ ਦੇ ਮਾਲ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਾਰ ਕਿਰਪਾ ਦਾ ਸਦਕਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲਾ ਸਤਿਨਾਮ ਵਡਿਆਈ ਵਿਚਾਰ, ਅੰਮ੍ਰਿਤ ਵੇਲੇ ਦੇ ਸਜੇ ਹੋਏ ਸੋਹਣੇ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੇ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦੀ ਦਾਲ ਬਖਸ਼ਿਸ਼ ਕੀਤੇ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਗਰੀਬ ਨਵਾਜ ਸਤਿਗੁਰੂ ਜੀ ਨੇ ਦਇਆ ਦ੍ਰਿਸ਼ਟੀ ਕਰਦਿਆਂ ਹੋਇਆ ਜਿੱਥੇ ਸਤ ਸੰਗਤ ਦੀ
ਬਖਸ਼ਿਸ਼ ਕੀਤੀ ਹੈ। ਸੰਸਾਰ ਦੀ ਕਲਿਆਣ ਹਿੱਤ, ਸੰਸਾਰ ਦੇ ਭਲੇ ਵਾਸਤੇ ਧੁਰ ਕੀ ਬਾਣੀ ਆਪਣੀ ਰਸਨਾ ਤੋਂ ਉਚਾਰਨ ਕੀਤੀ ਔਰ ਅੰਮ੍ਰਿਤ ਬਾਣੀ ਦਾ ਕੀਰਤਨ, ਅੰਮ੍ਰਿਤ ਬਾਣੀ ਦੀ ਕਥਾ ਇਹ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ ਨੇ ਬਖਸ਼ੀ ਹੈ। ਗਰੀਬ ਨਵਾਜ ਜੀ ਦੇ ਵਚਨ ਹਨ, ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ। ਕਥਾ ਔਰ ਕੀਰਤਨ ਇਹ ਸੁਖ ਦੀਆਂ ਦਾਤਾਂ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀਆਂ ਹਨ। ਤੋ ਲੜੀਵਾਰ ਰੂਪ ਦੇ ਵਿੱਚ ਅੱਜ ਦਾ ਜੋ ਪਾਵਨ ਉਪਦੇਸ਼ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ, 915 ਅੰਗ ਤੋਂ ਇਹ ਅਸ਼ਟਪਦੀ ਆਰੰਭ ਹੁੰਦੀ ਹੈ ਰਾਮ ਕਲੀ ਰਾਗ ਦੇ ਅੰਦਰ ਅਤੇ 16 ਅੰਗ ਤੇ ਸੰਪੂਰਨ ਹੁੰਦੀ ਹੈ। ਸਰਲੇਖ ਮਹਾਰਾਜ ਸਾਹਿਬ ਜੀ ਨੇ ਅਸ਼ਟਪਦੀ ਦਿੱਤਾ ਹੈ। ਉਂਝ ਇਸ ਪਵਿੱਤਰ ਸ਼ਬਦ ਦੇ 21 ਪਦੇ ਹਨ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਮੌਜ ਦੇ ਮਾਲਕ ਹਨ, ਭਾਣੇ ਦੇ ਮਾਲਕ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਵੇਂ ਬਖਸ਼ਿਸ਼ ਕਰ ਰਹੇ ਹਨ, ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਸਰਵਣ ਕਰੀਏ। ਔਰ ਅੱਜ ਸਾਧ ਸੰਗਤ ਜੀ ਪੂਰਨਮਾਸ਼ੀ ਦਾ ਦਿਹਾੜਾ ਵੀ ਹੈ ਔਰ ਹਰ ਪੁੰਨਿਆਂ ਦੀ ਤਰ੍ਹਾਂ ਜਗਤ ਗੁਰੂ ਜੀ ਦੇ ਇਸ ਪਵਿੱਤਰ ਅਸਥਾਨ ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਖੰਡੇ ਬਾਟੇ ਦਾ ਅੰਮ੍ਰਿਤ ਵੀ ਤਿਆਰ ਹੋਵੇਗਾ। ਜਿਨ੍ਹਾਂ ਪ੍ਰੇਮੀਆਂ ਨੇ, ਮਾਈਆਂ ਭਾਈਆਂ ਨੇ, ਗੁਰੂ ਕੇ ਪਿਆਰ ਵਾਲਿਆਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਹੋਵੇ, ਉਹ ਸਣ ਕੇਸੀ ਇਸ਼ਨਾਨ ਕਰਕੇ, ਸਵੱਛ ਵਸਤਰ ਪਹਿਨ ਕੇ, ਪੰਜੇ ਕਕਾਰ ਧਾਰਨ ਕਰਕੇ ਗੁਰੂ ਮਹਾਰਾਜ ਦੀ ਹਜ਼ੂਰੀ ਅੰਦਰ ਪਹੁੰਚ ਕੇ ਪੰਜਾਂ ਪਿਆਰਿਆਂ ਤੋਂ ਗੁਰੂ ਕਾ ਅੰਮ੍ਰਿਤ ਛਕ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਤੋ ਸਤਿਗੁਰੂ ਜੀ ਲੜੀਵਾਰ ਰੂਪ ਦੇ ਵਿੱਚ ਜਿਵੇਂ ਬਖਸ਼ਿਸ਼ ਕਰਦੇ ਹਨ, ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ ਜੀ। ਰਾਮ ਕਲੀ ਮਹੱਲਾ ਪੰਜਵਾਂ। ਅਸ਼ਟਪਦੀ। ਰਾਮ ਕਲੀ ਰਾਗ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦਾ ਇਹ 18ਵਾਂ ਰਾਗ ਹੈ। ਪਹਿਲੇ ਨੰਬਰ ਤੇ ਸ੍ਰੀ ਰਾਗ ਹੈ, ਦੂਜੇ ਤੇ ਮਾਝ ਹੈ, ਤੀਸਰੇ ਸਥਾਨ ਤੇ ਗੌੜੀ ਹੈ, ਚੌਥੇ ਤੇ ਆਸਾ ਹੈ, ਪੰਜਵੇਂ ਤੇ ਗੂਜਰੀ ਹੈ, ਛੇਵੇਂ ਤੇ ਦੇਵਗੰਧਾਰੀ ਹੈ। ਇਸੇ ਤਰ੍ਹਾਂ ਅੱਗੇ ਤੋਂ ਅੱਗੇ ਬਿਹਾਗੜਾ, ਵਡਹੰਸ, ਸੋਰਠ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੋਂਡ, ਰਾਮਕਲੀ। ਗੋਂਡ ਰਾਗ ਤੋਂ ਬਾਅਦ ਇਹ ਰਾਮਕਲੀ ਰਾਗ ਹੈ 18ਵੇਂ ਸਥਾਨ ਤੇ। ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਆਪਣੀ ਰਸਨਾ ਤੋਂ ਉਚਾਰਨ ਕਰਦੇ ਹਨ ਅਸ਼ਟਪਦੀ। ਅਸ਼ਟਪਦੀ ਦਾ ਭਾਵ ਹੈ ਕਿ 8 ਪਦਿਆਂ ਵਾਲਾ ਸ਼ਬਦ, ਪਰ ਇਹ ਨਿਯਮ ਮਹਾਰਾਜ ਨੇ ਹਰ ਇੱਕ ਥਾਂ ਤੇ ਨਹੀਂ ਰੱਖਿਆ ਹੈ। ਕਈਆਂ ਥਾਵਾਂ ਦੇ ਉੱਤੇ ਇੱਕ ਅਸ਼ਟਪਦੀ ਹੁੰਦੀ ਹੈ ਤੇ ਆਰੰਭ ਵਿੱਚ ਮਹਾਰਾਜ ਸਾਹਿਬ ਜੀ ਸਰਲੇਖ ਦਿੰਦੇ ਹਨ ਅਸ਼ਟਪਦੀਆ। ਉੱਥੇ ਫਿਰ ਮਹਾਂਪੁਰਖਾਂ ਨੇ ਦੱਸਿਆ, ਗੁਰਮੁਖਾਂ ਨੇ, ਕਿ ਇਹਨੂੰ ਜਿੱਥੇ ਇੱਕੋ ਅਸ਼ਟਪਦੀ ਹੈ ਤੇ ਸਰਲੇਖ ਅਸ਼ਟਪਦੀਆ ਹੈ, ਉਹ ਫਿਰ ਕਹਿੰਦੇ ਬਿੰਦੀ ਤੋਂ ਬਿਨਾਂ ਉਹਦਾ ਉਚਾਰਨ ਕਰੋ ਅਸ਼ਟਪਦੀਆ, ਕਿਉਂਕਿ ਅੱਗੇ ਅਸ਼ਟਪਦੀ ਇੱਕ ਹੈ। ਐਸਾ ਵੀ ਕਈਆਂ ਥਾਵਾਂ ਤੇ ਆਉਂਦਾ। ਇਸੇ ਤਰ੍ਹਾਂ ਇੱਥੇ ਅਸ਼ਟਪਦੀ ਸਰਲੇਖ ਹੈ, ਪਰ ਇਹਦੇ ਪਦੇ ਮਹਾਰਾਜ ਸਾਹਿਬ ਜੀ ਨੇ 21 ਰੱਖੇ ਹਨ। ਮੌਜ ਦੇ ਮਾਲਕ ਸਤਿਗੁਰੂ ਜੀ ਸੁਤੰਤਰ ਹਨ, ਤਾਂ ਗਰੀਬ ਨਵਾਜ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਰੰਭ ਵਿੱਚ ਮਹਾਰਾਜ ਸਾਹਿਬ ਜੀ ਨੇ ਇਹ ਮੰਗਲ ਕੀਤਾ ਹੈ ਔਰ ਸੈਂਕੜੇ ਵਾਰੀ ਗੁਰੂ ਕੀ ਬਾਣੀ ਵਿੱਚ ਇਹ ਮੰਗਲ ਆਇਆ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। 500 ਤੋਂ ਵਧੇਕ ਵਾਰੀ ਆਇਆ।
ਵਾਹਿਗੁਰੂ ਇੱਕ ਹੈ, ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਮਹਾਰਾਜ ਕਹਿੰਦੇ ਉਹ ਇੱਕ ਹੈ, ਉਸ ਦੇ ਨਾਮ ਅਨੇਕਾਂ ਹਨ, ਰੂਪ ਅਨੰਤ ਹਨ, ਗੁਣ ਬੇਅੰਤ ਹਨ, ਪਰ ਹਸਤੀ ਇੱਕ ਹੈ। ਕੋਈ ਉਸ ਨੂੰ ਰਾਮ ਕਹਿੰਦਾ ਹੈ, ਕੋਈ ਰਹੀਮ ਕਹਿੰਦਾ ਹੈ, ਕੋਈ ਖੁਦਾ ਕਹਿੰਦਾ ਹੈ, ਕੋਈ ਅੱਲਾ ਕਹਿੰਦਾ ਹੈ, ਕੋਈ ਦੀਨ ਦਇਆਲ ਕਹਿੰਦਾ ਹੈ, ਕੋਈ ਦਮੋਦਰ ਕਹਿੰਦਾ ਹੈ, ਕੋਈ ਪਤਿਤ ਪਾਵਨ ਕਹਿੰਦਾ ਹੈ, ਕੋਈ ਬੀਠਲ ਕਹਿੰਦਾ ਹੈ, ਕੋਈ ਗੋਬਿੰਦ ਕਹਿੰਦਾ ਹੈ, ਕੋਈ ਗੋਪਾਲ ਕਹਿੰਦਾ ਹੈ, ਕੋਈ ਵਾਹਿਗੁਰੂ ਕਹਿੰਦਾ ਹੈ, ਪਰ ਹੈ ਉਹ ਇੱਕ। ਨਾਮ ਅਨੇਕਾਂ ਹਨ, ਇਲਾਕੇ ਕਰਕੇ, ਦੇਸ਼ਾਂ ਕਰਕੇ, ਬੋਲੀ ਕਰਕੇ, ਭਾਸ਼ਾ ਕਰਕੇ। ਪੰਜਾਬੀ ਵਿੱਚ ਦਾ ਵੱਖਰਾ ਨਾਮ ਹੈ, ਹਿੰਦੀ ਵਿੱਚ ਵੱਖਰਾ ਨਾਮ ਹੈ, ਉਰਦੂ ਵਿੱਚ ਵੱਖਰਾ ਨਾਮ ਹੈ, ਅਰਬੀ ਫਾਰਸੀ 'ਚ ਵੱਖਰਾ ਨਾਮ ਹੈ, ਅੰਗਰੇਜ਼ੀ 'ਚ ਵੱਖਰਾ ਨਾਮ ਹੈ। ਜਿਵੇਂ ਪਦਾਰਥ ਇੱਕ ਹੀ ਹੁੰਦਾ ਹੈ, ਭਾਸ਼ਾ ਕਰਕੇ ਪਦਾਰਥ ਦਾ ਨਾਮ ਵੀ ਬਦਲ ਜਾਂਦਾ ਹੈ। ਹੁਣ ਪਾਣੀ ਹਰ ਇੱਕ ਦੀ ਖੁਰਾਕ ਹੈ, ਮੁੱਢਲੀ ਖੁਰਾਕ ਹੈ ਪਾਣੀ, ਤੇ ਪਾਣੀ ਦੇ ਨਾਮ ਵੀ ਭਾਸ਼ਾ ਕਰਕੇ ਕਿੰਨੇ ਹਨ। ਇਹਨੂੰ ਅਸੀਂ ਜਲ ਵੀ ਕਹਿੰਦੇ ਹਾਂ, ਪਾਣੀ ਵੀ ਕਹਿੰਦੇ ਹਾਂ, ਨੀਰ ਵੀ ਕਹਿੰਦੇ ਹਾਂ, ਔਰ ਇਹਨੂੰ ਵੱਖ-ਵੱਖ ਬੋਲੀ ਦੇ ਵਿੱਚ ਵੱਖ-ਵੱਖ ਨਾਮ ਦੇ ਨਾਲ ਬੋਲਿਆ ਜਾਂਦਾ ਹੈ। ਇਸੇ ਨੂੰ ਅੰਗਰੇਜ਼ੀ ਵਾਲੇ ਵਾਟਰ ਕਹਿ ਦਿੰਦੇ ਆ, ਹੈ ਤਾਂ ਪਾਣੀ ਆ, ਭਾਸ਼ਾ ਕਰਕੇ ਨਾਮ ਬਦਲ ਗਿਆ। ਰੋਟੀ ਦੇ ਨਾਮ ਵੀ ਭਾਸ਼ਾ ਕਰਕੇ ਬਦਲ ਜਾਂਦੇ ਆ, ਹੋਰ ਪਦਾਰਥਾਂ ਦੇ ਨਾਮ ਵੀ ਭਾਸ਼ਾ ਕਰਕੇ ਬਦਲਦੇ, ਪਰ ਉਹਦਾ ਗੁਣ ਤਾਂ ਨਹੀਂ ਬਦਲਦਾ। ਪਾਣੀ ਦਾ ਜਿਹੜਾ ਕਰਮ ਹੈ ਉਹ ਤਾਂ ਨਹੀਂ ਬਦਲਦਾ। ਰੋਟੀ ਦਾ ਜਿਹੜਾ ਗੁਣ ਹੈ, ਜੋ ਭੁੱਖ ਦੂਰ ਕਰਨ ਵਾਲੀ ਉਸ ਦੀ ਤਾਕਤ ਹੈ, ਸ਼ਕਤੀ ਹੈ, ਉਹ ਤਾਂ ਨਹੀਂ ਬਦਲਦੀ ਹੈ ਨਾਮ ਬਦਲਣੇ ਕਰਕੇ। ਇਸੇ ਤਰ੍ਹਾਂ ਪ੍ਰਮਾਤਮਾ ਪਰਮੇਸ਼ਵਰ ਦੇ ਨਾਮ ਅਨੇਕਾਂ ਹਨ, ਹਸਤੀ ਤਾਂ ਇੱਕੋ ਹੀ ਹੈ। ਗੁਰੂ ਜੀ ਨੇ ਆਖਿਆ, ਤੇਰੇ ਨਾਮ ਅਨੇਕਾ, ਰੂਪ ਅਨੰਤਾ, ਕਹਿਣ ਨਾ ਜਾਹੀ ਤੇਰੇ ਗੁਣ ਕੇਤੇ। ਪ੍ਰਭੂ ਤੇਰੇ ਗੁਣ ਨਹੀਂ ਦੱਸੇ ਜਾ ਸਕਦੇ, ਬੇਅੰਤ ਗੁਣ ਹਨ। ਤੇਰੇ ਨਾਮ ਨਹੀਂ ਕਥਨ ਕੀਤੇ ਜਾ ਸਕਦੇ, ਅਸੰਖਾ ਨਾਮ ਹਨ। ਤੇਰੇ ਰੂਪ ਨਹੀਂ ਬਿਆਨੇ ਜਾ ਸਕਦੇ, ਅਨੇਕਾਂ ਰੂਪ ਹਨ, ਪਰ ਹੈ ਤੂੰ ਇੱਕ ਹੀ। ਕੋਈ ਰਾਮ ਕਹਿੰਦਾ ਹੈ, ਕੋਈ ਖੁਦਾ ਕਹਿੰਦਾ ਹੈ, ਕੋਈ ਅੱਲਾ ਕਹਿੰਦਾ ਹੈ, ਕੋਈ ਗੁਸਈਆ ਕਹਿੰਦਾ ਹੈ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆ, ਕੋਈ ਅੱਲਾਹੇ। ਕਾਰਨ ਕਰਨ ਕਰੀਮ, ਕਿਰਪਾ ਧਾਰ ਰਹੀਮ। ਪਰ ਸਾਰੇ ਕਾਰਨਾਂ ਨੂੰ ਕਰਨ ਵਾਲਾ ਇੱਕੋ ਹੀ ਹੈ, ਕਿਰਪਾ ਕਰਨ ਵਾਲਾ। ਉਹ ਵਾਹਿਗੁਰੂ ਇੱਕ ਹੈ, ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਸਾਰਿਆਂ ਦੇ ਵਿੱਚ ਉਸੇ ਦੀ ਚੇਤਨ ਸੱਤਾ ਹੈ, ਉਸ ਵਾਹਿਗੁਰੂ ਦੀ ਜੋਤ ਪ੍ਰਕਾਸ਼ ਰਹੀ ਹੈ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਕੈ ਚਾਨਣ ਸਭ ਮਹਿ ਚਾਨਣ ਹੋਏ। ਸਤਿਗੁਰ ਪ੍ਰਸਾਦ, ਉਹ ਸੱਚੇ ਗੁਰੂ ਦੀ ਪ੍ਰਸਾਦ ਨਾਮ ਕਿਰਪਾ ਦਾ ਹੈ। ਕਿਰਪਾ ਦੇ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ, ਉਸ ਦੀ ਸਮਝ ਪੈਂਦੀ ਹੈ, ਸੂਝ ਬੂਝ ਪ੍ਰਾਪਤ ਹੁੰਦੀ ਹੈ। ਜਦੋਂ ਸਤਿਗੁਰੂ ਜੀ ਦੀ ਕਿਰਪਾ ਹੁੰਦੀ ਹੈ, ਫਿਰ ਹੀ ਉਹ ਵਾਹਿਗੁਰੂ ਜੀ ਦੇ ਨਾਲ ਜੀਵ ਜੁੜਦਾ ਹੈ, ਉਸ ਵਾਹਿਗੁਰੂ ਜੀ ਦੀ ਜੀਵ ਨੂੰ ਪ੍ਰਾਪਤੀ ਹੁੰਦੀ ਹੈ। ਦਰਸ਼ਨ ਭੇਟਤ ਪਾਪ ਸਭ ਨਸ ਹੈ। ਰਹਾਉ ਦੀਆਂ ਤੁਕਾਂ 'ਚ ਸਤਿਗੁਰੂ ਜੀ ਨੇ ਫਰਮਾਇਆ, ਮੇਰਾ ਗੁਰ ਪਰਮੇਸ਼ਰ ਸੁਖਦਾਈ, ਪਾਰ ਬ੍ਰਹਮ ਕਾ ਨਾਮ ਦ੍ਰਿੜਾਏ, ਅੰਤੇ ਹੋਏ ਸਖਾਈ। ਮੇਰਾ ਜੋ ਗੁਰ ਹੈ, ਗੁਰੂ ਹੈ, ਉਹ ਪਰਮੇਸ਼ਰ ਹੈ, ਪਰਮੇਸ਼ਰ ਦਾ ਸਰੂਪ ਹੈ। ਤਾਂ ਐਸੇ ਗੁਰੂ ਸਾਹਿਬ ਜੀ ਦੇ ਦਰਸ਼ਨ ਭੇਟਤ ਪਾਪ ਸਭ ਨਸ ਹੈ। ਗੁਰੂ ਜੀ ਦੇ ਦਰਸ਼ਨ ਕਰਨ ਦੇ ਨਾਲ ਸਾਰੇ ਪਾਪ ਨਸ ਜਾਂਦੇ, ਪਾਪ ਨਾਸ ਹੋ ਜਾਂਦੇ ਹਨ। ਟੱਲ ਭੱਟ ਜੀ ਨੇ ਆਖਿਆ ਨਾ, ਸੋ ਕਹੋ ਟੱਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਅਹਨਿਸ ਕਹਿੰਦੇ ਦਿਨ ਰਾਤ ਨੂੰ, ਇਹ ਨਾਮ ਦਿਨ ਦਾ, ਨਿਸ ਨਾਮ ਰਾਤ ਦਾ। ਸਹਿਜ ਸੁਭਾਏ, ਸੁਦੇ ਸਿਧ ਹੀ, ਸੁਭਾਵਕ ਹੀ। ਗੁਰੂ ਸਾਹਿਬ ਜੀ ਦੀ ਸੇਵਾ ਕਰੀਏ, ਭਗਤੀ ਕਰੀਏ, ਗੁਰੂ ਜੀ ਦਾ ਦਰਸ਼ਨ ਕਰੀਏ, ਸਹਿਜ ਸੁਭਾਅ ਦਰਸ਼ਨ ਕਰੀਏ। ਸਹਿਜ ਸੁਭਾਅ ਕੀ ਹੋਇਆ? ਸਹਿਜ ਸੁਭਾਅ ਜਿਵੇਂ ਸਹਿਜੇ ਹੀ ਅਸੀਂ ਉੱਠਦੇ ਹਾਂ, ਸਹਿਜੇ ਹੀ ਬੈਠਦੇ ਹਾਂ, ਸਹਿਜੇ ਹੀ ਰਾਤ ਨੂੰ ਸੌਂਦੇ ਹਾਂ,
ਸਹਿਜੇ ਹੀ ਸਵੇਰੇ ਉੱਠਦੇ ਹਾਂ, ਸਹਿਜੇ ਹੀ ਸਾਡੇ ਸਰੀਰ ਦਾ, ਸਾਡੇ ਤਨ ਦਾ ਖਾਣ ਪੀਣ ਦਾ ਜਿਹੜਾ ਸਿਲਸਿਲਾ ਚੱਲਦਾ ਰਹਿੰਦਾ ਹੈ ਕਿ ਹੁਣ ਭੁੱਖ ਲੱਗ ਗਈ ਹੈ, ਪ੍ਰਸ਼ਾਦਾ ਛਕ ਲਈਏ, ਪਿਆਸ ਲੱਗ ਗਈ ਹੈ, ਜਲ ਛਕ ਲਈਏ, ਸਹਿਜੇ ਚੱਲਦਾ ਰਹਿੰਦਾ ਨਾ ਰੋਜ਼। ਸਹਿਜੇ ਸਹਿਜੇ ਜੀਵਨ ਰੋਜ਼ ਬਤੀਤ ਹੁੰਦਾ ਰਹਿੰਦਾ ਨਾ ਵੀ ਆਹ ਆਪਣਾ ਕਾਰੋਬਾਰ ਇਹ ਕਰਨਾ ਹੀ ਹੈ, ਇਸ ਕੰਮ ਦੇ ਉੱਤੇ ਜਾਣਾ ਹੀ ਹੈ। ਸਹਿਜੇ ਹੀ ਸੁਭਾਵਕ ਹੀ ਉਸ ਸਮੇਂ ਬੰਦਾ ਤਿਆਰ ਹੁੰਦਾ ਜਾਂਦਾ। ਜਿਵੇਂ ਬਾਕੀ ਸਭ ਕੁਝ ਸਹਿਜੇ ਸਹਿਜੇ ਕੀਤਾ ਜਾਂਦਾ, ਇਸੇ ਤਰ੍ਹਾਂ ਟੱਲ ਭੱਟ ਜੀ ਕਹਿੰਦੇ ਸਹਿਜੇ ਹੀ ਗੁਰੂ ਕੇ ਦਰਸ਼ਨ ਕਰਿਆ ਕਰ, ਅੰਮ੍ਰਿਤ ਵੇਲੇ ਕਰਿਆ ਕਰ, ਸ਼ਾਮ ਨੂੰ ਕਰਿਆ ਕਰ, ਦਿਨੇ ਵੀ ਕਰ ਲਿਆ ਕਰ। ਸਹਿਜੇ ਹੀ ਰੋਜ਼ ਦਿਨੇ ਰਾਤ ਗੁਰੂ ਕੇ ਦਰਸ਼ਨ ਕਰਦੇ ਰਹੀਏ। ਸੋ ਕਹੋ ਟੱਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਗੁਰੂ ਕੇ ਦਰਸ਼ਨ ਕਰਨ ਦੇ ਨਾਲ ਜਦੋਂ ਸਹਿਜੇ ਸਹਿਜੇ ਹੀ ਕਰਦਾ ਰਵੇਂਗਾ ਨਾ, ਸੁਭਾਵਕ ਹੀ ਰੋਜ਼ ਆ ਕਰਕੇ ਗੁਰੂ ਕੇ ਦਰਸ਼ਨ ਕਰਨੇ, ਅੰਮ੍ਰਿਤ ਵੇਲੇ ਹਾਜ਼ਰੀ ਭਰਨੀ, ਸੰਧਿਆ ਵੇਲੇ ਹਾਜ਼ਰੀ ਭਰਨੀ, ਤਾਂ ਫਿਰ ਗੁਰੂ ਕੇ ਦਰਸ਼ਨ ਕਰਨ ਦੇ ਨਾਲ ਜਨਮ ਮਰਨ ਦਾ ਦੁੱਖ ਕੱਟਿਆ ਜਾਵੇਗਾ, ਜੰਮਣਾ ਮਰਨਾ ਮਿਟ ਜਾਵੇਗਾ, 84 ਦਾ ਗੇੜਾ ਕੱਟਿਆ ਜਾਵੇਗਾ। ਤਾਂ ਪੰਚਮ ਪਾਤਸ਼ਾਹ ਜੀ ਫਰਮਾਉਂਦੇ ਦਰਸ਼ਨ ਭੇਟਤ ਪਾਪ ਸਭ ਨਾਸੈ। ਮੇਰੇ ਪੂਰੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਦੇ ਨਾਲ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਨਾਲ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਭੇਟਣ ਦੇ ਨਾਲ, ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਦੀਦਾਰੇ ਕਰਨ ਦੇ ਨਾਲ, ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਨਾਲ ਪਾਪ ਸਭ ਨਾਸੈ। ਸਾਰੇ ਪਾਪ ਹੀ ਨਾਸ ਹੋ ਜਾਂਦੇ, ਖਤਮ ਹੋ ਜਾਂਦੇ। ਗਰੀਬ ਨਵਾਜ ਜਗਤ ਗੁਰੂ ਜੀ ਦੇ ਸੰਬੰਧ ਵਿੱਚ ਪੰਚਮ ਪਾਤਸ਼ਾਹ ਜੀ ਨੇ ਫਰਮਾਇਆ ਹੈ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆ ਰੇ। ਮੇਰੇ ਮੂਰਖ ਦੀ ਕਿਹੜੀ ਗੱਲ ਹੈ, ਕਰੋੜਾਂ ਅਪਰਾਧ ਕਰਨ ਵਾਲੇ ਵੀ ਤਰ ਗਏ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਜਿਸ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਸੁਣਿਆ ਤੇ ਜਿਸ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਪੇਖਿਆ, ਭਾਵਨਾ ਨਾਲ ਸੁਣਿਆ, ਭਾਵਨਾ ਨਾਲ ਵੇਖਿਆ, ਦਰਸ਼ਨ ਕੀਤੇ, ਜਿਨਨੇ ਸ਼ਰਧਾ ਦੇ ਨਾਲ ਸੁਣਿਆ ਗੁਰੂ ਸਾਹਿਬ ਜੀ ਦੇ ਅੰਮ੍ਰਿਤ ਬੋਲਾਂ ਨੂੰ, ਇੱਕੋ ਹੀ ਬੋਲ ਸੁਣਿਆ ਤੇ ਨਿਹਾਲ ਹੋ ਗਿਆ। ਇੱਕੇ ਵਾਰੀ ਗੁਰੂ ਦਾ ਦਰਸ਼ਨ ਕੀਤਾ ਤੇ ਪਾਪ ਸਾਰੇ ਖਤਮ ਹੋ ਗਏ। ਸੱਜਣ ਠੱਗ ਨੇ ਇੱਕ ਵਾਰੀ ਇੱਕ ਸ਼ਬਦ ਹੀ ਸੁਣਿਆ ਸੀ। ਮਹਾਰਾਜ ਨੇ ਜਦੋਂ ਆਖਿਆ ਸੀ, ਉਜਲ ਕਹਿ ਹਾਂ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆ ਝੂਠ ਨਾ ਉਤਰੈ, ਜੇ 100 ਧੋਵਾਂ ਤਿਸ, ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੈ ਲੇਖਾਂ ਮੰਗੀਐ ਤਿੱਥੈ ਖੜੇ ਦਿਸਨ। ਇੱਕ ਸ਼ਬਦ ਹੀ ਸੁਣਿਆ ਸੀ, ਗੁਰੂ ਬਾਬਾ ਜੀ ਦੇ ਚਰਨਾਂ ਤੇ ਢਹਿ ਪਿਆ, ਮਹਾਰਾਜ ਬਖਸ਼ ਲਓ, ਬਹੁਤ ਵੱਡੇ ਪਾਪ ਕੀਤੇ ਮੈਂ, ਤੇ ਸਤਿਗੁਰਾਂ ਨੇ ਬਖਸ਼ ਦਿੱਤਾ। ਸੱਜਣ ਠੱਗ ਤੋਂ ਸੱਜਣ ਸੰਤ ਬਣਾ ਦਿੱਤਾ। ਸੱਜਣ ਸੰਤ ਭੂਮੀਆਂ ਚੋਰ ਇੱਕੇ ਵਾਰੀ ਗੁਰੂ ਸਾਹਿਬ ਜੀ ਦਾ ਦੀਦਾਰ ਕੀਤਾ, ਬੇਨਤੀ ਕੀਤੀ, ਮਹਾਰਾਜ ਚੋਰੀ ਨਹੀਂ ਛੱਡ ਸਕਦਾ, ਸੱਚ ਕਹਿੰਦਾ ਵਾ, ਝੂਠ ਨਹੀਂ ਬੋਲਦਾ, ਪਰ ਆਦਤ ਪਈ ਹੈ ਜਨਮ ਤੋਂ ਚੋਰੀ ਕਰਨ ਦੀ, ਨਹੀਂ ਛੱਡੀ ਜਾਣੀ ਮੇਰੇ ਤੋਂ। ਮੈਂ ਕਿਉਂ ਆਖਾਂ ਕਿ ਮੈਂ ਚੋਰੀ ਛੱਡ ਦੇਵਾਂਗਾ, ਨਹੀਂ ਛੱਡੀ ਜਾਣੀ ਮੇਰੇ ਤੋਂ ਚੋਰੀ। ਸਤਿਗੁਰੂ ਕਹਿੰਦੇ ਨਾ ਛੱਡ, ਸਾਡੇ ਬਚਨ ਮੰਨੇਗਾ, ਤੈਨੂੰ 3 ਬਚਨ ਦੇਣੇ, ਚੋਰੀ ਕਰੀ ਜਾ ਤੂੰ, ਪਰ ਸਾਡੇ 3 ਬਚਨ ਮੰਨ ਲਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਜੁਗਤੀਆਂ, ਢੰਗ ਤਰੀਕੇ ਸੰਸਾਰ ਨੂੰ ਤਾਰਨ ਦੇ, ਇਹ ਬਾਬਾ ਜੀ ਦੇ ਕੋਲੇ ਹੀ ਸਨ। ਮਹਾਰਾਜ ਨੇ ਆਖਿਆ, ਭੂਮੀਆਂ ਇੱਕ ਤੇ ਝੂਠ ਨਹੀਂ ਬੋਲਣਾ ਜ਼ਿੰਦਗੀ 'ਚ, ਇਹ ਪੱਲੇ ਬੰਨ ਲਾ। ਦੂਜਾ, ਗਰੀਬ ਮਾਰ ਨਹੀਂ ਕਰਨੀ, ਗਰੀਬ ਦੀ ਚੋਰੀ ਨਹੀਂ ਕਰਨੀ, ਗਰੀਬ ਮਾਰ ਨਹੀਂ ਕਰਨੀ। ਤੇ ਤੀਜਾ ਬਚਨ, ਲੂਣ ਖਾ ਕੇ ਆਰਾਮ ਨਹੀਂ ਕਰਨਾ। ਇਹਦਾ ਭਾਵ ਜਿਹਦੇ ਘਰ ਦਾ ਕੁਝ ਖਾਧਾ ਉੱਥੇ ਆਰਾਮ ਨਹੀਂ ਕਰਨਾ, ਲੂਣ ਖਾ ਕੇ ਆਰਾਮ ਨਹੀਂ ਕਰਨਾ। ਇਹ 3 ਬਚਨ ਮਹਾਰਾਜ ਸਾਹਿਬ ਜੀ ਦੇ, ਗੁਰੂ ਜੀ ਦੇ ਦਰਸ਼ਨ ਕੀਤੇ ਸੀ ਤੇ 3 ਬਚਨ ਲਏ ਸੀ ਮਹਾਰਾਜ ਸਾਹਿਬ ਤੋਂ।
ਇਹ ਬਚਨਾਂ ਤੋਂ ਬਾਅਦ ਪਹਿਲੀ ਚੋਰੀ ਕਰਨ ਗਿਆ। ਹੁਣ ਸੋਚਦਾ ਮਨ ਵਿੱਚ ਬਚਨ ਵੀ ਮਹਾਰਾਜ ਨੂੰ ਬਚਨ ਬੇਨਤੀ ਕੀਤੀ ਆ ਵੀ ਚੋਰੀ ਛੱਡ ਨਹੀਂ ਸਕਦਾ, ਤੇ ਗੁਰੂ ਜੀ ਨੇ ਆਖਿਆ ਵੀ ਆਹ 3 ਬਚਨ ਕਮਾਲਾ, ਤੇਰਾ ਭਲਾ ਹੋ ਜਾਵੇਗਾ। ਤੇ ਮਹਾਰਾਜ ਸਾਹਿਬ ਜੀ ਨੇ ਆਖਿਆ ਵਾ ਵੀ ਝੂਠ ਨਹੀਂ ਬੋਲਣਾ, ਸੱਚ ਬੋਲਣਾ। ਪਹਿਲਾ ਬਚਨ ਹੀ ਇਹ ਦਿੱਤਾ, ਗਰੀਬ ਮਾਰ ਨਹੀਂ ਕਰਨੀ। ਹੁਣ ਚੋਰੀ ਗਰੀਬ ਦੀ ਨਹੀਂ ਕਰਨੀ, ਮੈਂ ਚੋਰੀ ਕਰਾਂਗਾ ਕਿਸੇ ਤਗੜੇ ਦੀ, ਰਾਜੇ ਦੀ ਕਰਾਂਗਾ ਚੋਰੀ। ਇਸ ਕਰਕੇ ਸੱਚ ਬੋਲਣਾ। ਤੇ ਰਾਜੇ ਦੀ ਚੋਰੀ ਕਰਨ ਚਲੇ ਗਿਆ। ਜਦੋਂ ਗਿਆ ਨਾ ਦਰਵਾਜ਼ੇ ਦੇ ਸਾਹਮਣੇ ਰਾਜ ਮਹਿਲ ਦੇ, ਸਿਪਾਹੀਆਂ ਨੇ ਪੁੱਛਿਆ ਤੂੰ ਭਾਈ ਕੌਣ? ਇਹਨੇ ਕੱਪੜੇ ਬੜੇ ਵਧੀਆ ਪਾਏ ਹੋਏ ਸੀ, ਸੱਜ ਧੱਜ ਕੇ ਗਿਆ ਸੀ ਚੋਰੀ ਕਰ। ਕਹਿਣ ਲੱਗਾ ਮੈਂ ਚੋਰ, ਸੱਚ ਬੋਲਿਆ ਮੈਂ ਚੋਰ। ਉਹ ਕਹਿੰਦੇ ਵੀ ਕੋਈ ਰਾਜੇ ਦਾ ਰਿਸ਼ਤੇਦਾਰ ਹੋਣਾ। ਕਦੀ ਚੋਰ ਨੇ ਵੀ ਆਪਦੇ ਮੂੰਹ ਆਖਿਆ ਵੀ ਮੈਂ ਚੋਰ। ਪਹਿਰੇਦਾਰਾਂ ਨੇ ਅੰਦਰ ਲੰਘਾ ਦਿੱਤਾ। ਰਾਤ ਦੇ ਮੌਕੇ ਤੇ ਅੰਦਰ ਚਲੇ ਗਿਆ, ਜਾ ਕਰਕੇ ਸਾਜੋ ਸਮਾਨ ਚੋਰੀ ਕੀਤਾ। ਸੋਨਾ ਚਾਂਦੀ ਰੁਪਈਏ ਕੱਪੜੇ ਪੰਡ ਬੰਨ ਲਈ। ਜਦੋਂ ਬੰਨ ਲਈ ਤੇ ਭੁੱਖ ਲੱਗੀ, ਕਹਿੰਦਾ ਕੁਝ ਵੇਖ ਲਈਏ, ਛਕ ਹੀ ਲਈਏ। ਉਹ ਰਸੋਈ 'ਚ ਵੜਿਆ ਤੇ ਉਹ ਜਦੋਂ ਫੱਕਾ ਮਾਰਿਆ ਹਨੇਰੇ ਦੇ ਵਿੱਚ ਤੇ ਲੂਣ ਸੀਗਾ, ਲੂਣ ਮੂੰਹ ਵਿੱਚ ਪਿਆ। ਉਸੇ ਵੇਲੇ ਮਹਾਰਾਜ ਸਾਹਿਬ ਦਾ ਬਚਨ ਚੇਤੇ ਆਇਆ ਵੀ ਗੁਰੂ ਸਾਹਿਬ ਨੇ ਆਖਿਆ ਸੀ ਲੂਣ ਖਾ ਕੇ ਆਰਾਮ ਨਹੀਂ ਕਰਨਾ। ਇਹਦਾ ਭਾਵ ਇਹ ਵੀ ਨਹੀਂ ਹੈ ਵੀ ਲੂਣ ਜਿਹਦਾ ਘਰ ਦਾ ਖਾਈਏ ਵੀ ਉੱਥੇ ਕੋਈ ਧੋਖਾ ਨਹੀਂ ਕਰਨਾ, ਉੱਥੇ ਚੋਰੀ ਨਹੀਂ ਕਰਨੀ, ਤੇ ਜਿਹਦੇ ਘਰ ਦਾ ਮਿੱਠਾ ਖਾ ਲਈਏ ਜਾਂ ਹੋਰ ਕੁਝ ਖਾ ਲਈਏ ਉੱਥੇ ਸਭ ਕੁਝ ਕਰ ਲੈਣਾ, ਐਸਾ ਨਹੀਂ। ਭਾਵ ਆ ਜਿੱਥੇ ਥੋੜਾ ਵੀ ਕੁਝ ਖਾਧਾ, ਉਹ ਲੂਣ ਜਦੋਂ ਮੂੰਹ 'ਚ ਫੱਕਾ ਮਾਰਿਆ ਤੇ ਮਹਾਰਾਜ ਸਾਹਿਬ ਜੀ ਦਾ ਬਚਨ ਚੇਤੇ ਆਇਆ ਤੇ ਸਭ ਕੁਝ ਬੰਨਿਆ ਬਣਾਇਆ ਹੀ ਛੱਡ ਕੇ ਚਲੇ ਗਿਆ। ਬੰਨਿਆ ਬਣਾਇਆ। ਅਗਲੇ ਦਿਨ ਰਾਜੇ ਨੇ ਵੇਖਿਆ ਵੀ ਚੋਰ ਆਇਆ ਸੀ। ਸਿਪਾਹੀਆਂ ਨੂੰ ਵੀ ਉਹਨੇ ਝਿੜਕਿਆ, ਇਕੱਠੇ ਕਰ ਲਏ ਵੀ ਚੋਰ ਆਇਆ, ਪੰਡ ਬੰਨ ਕੇ ਸਭ ਕੁਝ ਲੈ ਚੱਲਿਆ ਸੀ, ਫਿਰ ਛੱਡ ਕੇ ਚਲੇ ਗਿਆ। ਪਤਾ ਹੀ ਹੁੰਦਾ ਇਲਾਕੇ 'ਚ ਕਿਹੜੇ ਕਿਹੜੇ ਚੋਰੀ ਕਰਦੇ, ਉਹ ਸਾਰੇ ਇਕੱਠੇ ਕਰ ਲਏ। ਉਹਨਾਂ ਨੂੰ ਮਾਰ ਪੈਣ ਲੱਗੀ। ਜਦੋਂ ਭੂਮੀਏ ਨੇ ਸੁਣਿਆ ਉੱਥੇ ਪਹੁੰਚ ਗਿਆ, ਕਹਿੰਦਾ ਰਾਜਾ ਇਹਨਾਂ ਸਾਰਿਆਂ ਨੂੰ ਛੱਡ ਦੇ, ਕਿਉਂ ਗਰੀਬਾਂ ਨੂੰ ਮਾਰਨ ਡਿਆ? ਗਰੀਬ ਮਾਰ ਕਿਉਂ ਕਰਦਾ? ਤੇਰੀ ਚੋਰੀ ਮੈਂ ਕਰਨ ਲੱਗਾ ਸਾਂ, ਮੈਂ ਕਰਨ ਲੱਗਾ ਸੀ। ਉਹਨੇ ਆਖਿਆ ਵੀ ਇਹ ਕੀ ਗੱਲ, ਫਿਰ ਤੂੰ ਛੱਡ ਕੇ ਗਿਆ? ਕਹਿਣ ਲੱਗਾ ਮੇਰੇ ਗੁਰੂ ਸਾਹਿਬ ਜੀ ਨੇ ਮੈਨੂੰ ਬਚਨ ਦਿੱਤੇ ਸੀ ਤੇ ਇਸ ਕਰਕੇ ਇਸ ਤਰੀਕੇ ਨਾਲ ਮੈਂ ਤੇਰੇ ਮਹਿਲਾਂ ਵਿੱਚ ਆਇਆ ਸਾਂ। ਚੋਰੀ ਤਾਂ ਕਰਕੇ ਲੈ ਜਾਣੀ ਸੀ ਤੇਰਾ ਸਭ ਸੋਨਾ ਚਾਂਦੀ ਮੈਂ, ਪਰ ਜਦੋਂ ਮੈਂ ਜਾ ਕੇ ਰਸੋਈ ਦੇ ਵਿੱਚ ਫੱਕਾ ਮਾਰਿਆ ਤੇ ਲੂਣ ਮੇਰੇ ਮੂੰਹ 'ਚ ਪੈ ਗਿਆ ਤੇ ਮੇਰੇ ਗੁਰੂ ਜੀ ਦਾ ਬਚਨ ਚੇਤੇ ਆ ਗਿਆ ਵੀ ਲੂਣ ਖਾ ਕੇ ਆਰਾਮ ਨਹੀਂ ਕਰਨਾ। ਇਸ ਕਰਕੇ ਸਾਰਾ ਕੁਝ ਛੱਡ ਕੇ ਮੈਂ ਚਲੇ ਗਿਆ। ਉਸ ਤੋਂ ਬਾਅਦ ਇਹਨੇ ਹੌਲੀ ਹੌਲੀ ਸਾਧ ਸੰਗਤ ਜੀ ਚੋਰੀ ਛੱਡ ਹੀ ਦਿੱਤੀ। ਇਸ ਤਰੀਕੇ ਨਾਲ ਮਹਾਰਾਜ ਨੇ ਇਸ ਜੁਗਤੀ ਦੇ ਨਾਲ ਭੂਮੀਏ ਚੋਰ ਤੋਂ ਚੋਰੀ ਛਡਾ ਕੇ ਤੇ ਭੂਮੀਏ ਨੂੰ ਸਾਧੂ ਬਣਾ ਦਿੱਤਾ। ਉਹ ਜਿਹੜਾ ਰਾਜਾ ਸੀ ਉਹ ਵੀ ਪ੍ਰਭਾਵਿਤ ਹੋਇਆ ਸੀ ਭੂਮੀਏ ਦੀ ਸੰਗਤ ਕਰਕੇ, ਤੇ ਉਹਨੇ ਵੀ ਫਿਰ ਗੁਰੂ ਸਾਹਿਬ ਜੀ ਨੂੰ ਯਾਦ ਕੀਤਾ ਤੇ ਮਹਾਰਾਜ ਸਾਹਿਬ ਜੀ ਨੇ ਉਹ ਰਾਜੇ ਨੂੰ ਵੀ ਦਰਸ਼ਨ ਦੇ ਕੇ ਨਿਹਾਲ ਕੀਤਾ ਸੀ। ਇਸੇ ਤਰ੍ਹਾਂ ਕੌਡਾ ਰਾਖਸ਼ ਵੇਖੋ, ਇੱਕੇ ਵਾਰੀ ਦਰਸ਼ਨ ਕੀਤੇ ਕੌਡੇ ਰਾਖਸ਼ ਨੇ, ਬੰਦੇ ਤਲ ਕੇ ਖਾ ਜਾਂਦਾ ਸੀ। ਜਦੋਂ ਭਾਈ ਮਰਦਾਨਾ ਜੀ ਮਹਾਰਾਜ ਸਾਹਿਬ ਜੀ ਦੇ ਪਾਸੋਂ ਰੁੱਸ ਕੇ ਵਾਪਸ ਘਰ ਨੂੰ ਚੱਲੇ ਤੇ ਜਗਤ ਗੁਰੂ ਜੀ ਨੇ ਆਖਿਆ ਸੀ ਕਿ ਮਰਦਾਨਿਆ ਰਾਹ ਵਿੱਚ ਬੜੀਆਂ ਵੱਡੀਆਂ ਬਲਾਵਾਂ ਵਾ, ਨਾ ਜਾ। ਆਖਿਆ ਨਹੀਂ ਮਹਾਰਾਜ ਮੈਂ ਤੇ ਹੁਣ ਜਾਣਾ ਹੀ ਜਾਣਾ। ਭਾਈ ਬਾਲਾ ਜੀ ਨੇ ਵੀ ਰੋਕਣ ਦਾ ਯਤਨ ਕੀਤਾ। ਜਦੋਂ ਚੱਲ ਪਏ ਤੇ ਅੱਗੇ ਕੌਡੇ ਰਾਖਸ਼ ਨੇ ਫੜ ਲਿਆ। ਉਹਨੇ ਤੇਲ ਦਾ ਕੜਾਇਆ ਤਲਿਆ ਪਿਆ, ਹੁਣ ਬੰਨ ਕੇ ਮਰਦਾਨੇ ਨੂੰ ਵਿੱਚ ਸੁੱਟ ਕੇ ਤਲ ਲੈਣਾ ਉਹਨੇ। ਮਹਾਰਾਜ ਸਾਹਿਬ ਜੀ ਨੂੰ ਯਾਦ ਕਰਦੇ ਭਾਈ ਮਰਦਾਨਾ ਜੀ। ਜਗਤ ਗੁਰੂ ਜੀ ਕਹਿਣ ਲੱਗੇ ਭਾਈ ਬਾਲਿਆ ਆਪਣਾ ਭਾਈ ਮਰਦਾਨਾ ਰਾਖਸ਼ ਨੇ ਫੜ ਲਿਆ ਭਾਈ, ਤੇ ਚੱਲ ਚੱਲੀਏ ਛਡਾਈਏ। ਨੇਤਰ ਮੀਟ ਭਾਈ ਬਾਲੇ ਨੇ ਨੇਤਰ ਮੂੰਦੇ। ਜਗਤ ਗੁਰੂ ਜੀ ਨੇ ਆਖਿਆ ਸਤ ਕਰਤਾਰ, ਸਤ ਕਰਤਾਰ। ਬਸ ਇੰਜ ਬੋਲਦੇ ਆ ਉੱਥੇ ਆ ਪਹੁੰਚੇ।
ਜਿੱਥੇ ਕੌਡਾ ਰਾਖਸ਼ ਤੇਲ ਦਾ ਕੜਾਇਆ ਤਲੀ ਜਾਂਦਾ ਸੀ, ਮਹਾਰਾਜ ਨੇ ਦ੍ਰਿਸ਼ਟੀ ਪਾਈ, ਤਪਤ ਕੜਾਹਾ ਬੁਝ ਗਿਆ। ਉਹ ਤਪਿਆ ਹੋਇਆ ਕੜਾਇਆ ਬੁਝ ਗਿਆ, ਠੰਡਾ ਹੋ ਗਿਆ। ਆਖਿਰਕਾਰ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਦਿਆਂ ਉਹਦਾ ਹਿਰਦਾ ਠੰਡਾ ਹੋਇਆ। ਕੌਡੇ ਰਾਖਸ਼ ਦਾ ਉਹਨੂੰ ਉਪਦੇਸ਼ ਦੇ ਕਰਕੇ, ਦਰਸ਼ਨ ਦੇ ਕੇ ਨਿਹਾਲ ਕਰ ਦਿੱਤਾ। ਉਹਦੇ ਪਾਪ ਸਾਰੇ ਬਿਨਸ ਗਏ, ਸਮਾਪਤ ਹੋ ਗਏ, ਤੇ ਕੌਡੇ ਨੂੰ ਰਾਖਸ਼ ਤੋਂ, ਦੈਂਤ ਤੋਂ ਦੇਵਤਾ ਬਣਾ ਦਿੱਤਾ। ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਮਨੁੱਖਾਂ ਤੋਂ ਦੇਵਤੇ ਬਣਾ ਦਿੱਤੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਚੋਰਾਂ ਨੂੰ, ਠੱਗਾਂ ਨੂੰ, ਰਾਖਸ਼ਾਂ ਨੂੰ ਗਰੀਬ ਨਵਾਜ ਸਾਹਿਬ ਜੀ ਨੇ ਦਰਸ਼ਨ ਦੇ ਕੇ, ਉਪਦੇਸ਼ ਦੇ ਕੇ ਤਾਰ ਦਿੱਤਾ। ਪੰਚਮ ਪਾਤਸ਼ਾਹ ਮਹਾਰਾਜ ਸਾਹਿਬ ਜੀ ਫਰਮਾ ਰਹੇ ਆ, ਪੂਰੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦਿਆਂ ਦਰਸ਼ਨ ਭੇਟਤ ਪਾਪ ਸਭ ਨਾਸੈ। ਸਾਰੇ ਪਾਪ ਨਸ ਜਾਂਦੇ ਹਨ। ਗੁਰੂ ਨਾਨਕ ਸਾਹਿਬ ਜੀ ਦਾ ਹੀ ਦੂਸਰਾ ਜਨਮ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਖਡੂਰ ਸਾਹਿਬ ਦੇ ਵਿੱਚ ਜਦੋਂ ਅੰਮ੍ਰਿਤ ਵੇਲੇ ਦਾ ਇਸ਼ਨਾਨ ਕਰਕੇ ਚੌਂਕੜਾ ਲਾਇਆ ਕਰਦੇ ਸਨ, ਸਮਾਧੀ ਵਿੱਚ ਲੀਨ ਹੋਇਆ ਕਰਦੇ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਤੇ ਜਦੋਂ ਦਿਨ ਚੜ੍ਹਨ ਦੇ ਨਾਲ, ਜਦੋਂ ਸੂਰਜ ਦਾ ਚੜ੍ਹਾਅ ਹੋਣਾ, ਤੇ ਮਹਾਰਾਜ ਸਾਹਿਬ ਜੀ ਨੇ ਸੰਗਤ ਨੂੰ ਦਰਸ਼ਨ ਦੇਣ ਵਾਸਤੇ ਆਉਣਾ ਬਾਹਰ, ਤੇ ਲੈਣਾ ਲੱਗੀਆਂ ਹੁੰਦੀਆਂ ਸੀ ਦਰਸ਼ਨ ਕਰਨ ਵਾਲਿਆਂ। ਜਿਨ੍ਹਾਂ ਉੱਤੇ ਪਹਿਲੀ ਦ੍ਰਿਸ਼ਟੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਪੈਂਦੀ ਸੀ, ਉਹਨਾਂ ਰੋਗੀਆਂ ਦੇ ਰੋਗ ਕੱਟੇ ਜਾਂਦੇ ਸੀ, ਪਾਪੀਆਂ ਦੇ ਪਾਪ ਕੱਟੇ ਜਾਂਦੇ ਸੀ। ਭੱਟ ਸਾਹਿਬਾਨਾਂ ਨੇ ਆਪਣੀ ਬਾਣੀ ਵਿੱਚ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦਰਸ਼ਨਾਂ ਦਾ ਇਹ ਬਚਨ ਕਿਹਾ ਵੀ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ, ਜਿਹਦੇ ਉੱਤੇ ਆਪ ਜੀ ਆਪਣੀ ਅੰਮ੍ਰਿਤ ਦ੍ਰਿਸ਼ਟੀ ਪਾਉਂਦੇ ਹੋ, ਅਮੇ ਅਦ੍ਰਿਸ਼ਟ ਸੁਭ ਕਰੈ, ਹਰੈ ਅਗ ਪਾਪ ਸਕਲ ਮਲ। ਉਹਦੇ ਸਾਰੇ ਪਾਪ ਤੇ ਸਾਰੀਆਂ ਮੈਲਾਂ ਆਪ ਜੀ ਹਰਨ ਕਰ ਦਿੰਦੇ ਹੋ, ਸਮਾਪਤ ਕਰ ਦਿੰਦੇ ਹੋ। ਅਮੇ ਅਦ੍ਰਿਸ਼ਟ ਸੁਭ ਕਰੈ, ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ ਦੁਖ ਸੰਸਾਰਹਿ ਖੋਵੈ। ਗੁਰ ਨਵ ਨਿਤ ਦਰਿਆਉ ਜਨਮ ਹਮ ਕਾਲਕ ਧੋਵੈ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਇਸੇ ਕਰਕੇ ਆਖਿਆ ਗੁਰੂ ਕੀ ਬਾਣੀ ਚ, ਧਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਇਸੇ ਕਰਕੇ ਆਖਿਆ ਇਹ ਧਨ ਸੋ ਵੇਲਾ ਘੜੀ ਧਨ, ਧਨ ਮੂਰਤ ਪਲ ਸਾਰ। ਧਨ ਸੋ ਦਿਨਸ ਸੰਜੋਗੜਾ ਜਿਤ ਡਿਠਾ ਗੁਰ ਦਰਸਾਰ। ਤਾਂ ਹੀ ਗੁਰੂ ਜੀ ਨੇ ਫਰਮਾਇਆ ਹੈ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਗੁਰ ਕਾ ਦਰਸ਼ਨ ਦੇਖ ਦੇਖ ਜੀਵਾ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਗੁਰ ਕਾ ਦਰਸ਼ਨ ਦੇਖ ਦੇਖ ਜੀਵਾ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਗੁਰ ਕਾ ਦਰਸ਼ਨ ਦੇਖ ਦੇਖ ਜੀਵਾ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਗੁਰ ਕਾ ਦਰਸ਼ਨ ਦੇਖ ਦੇਖ ਜੀਵਾ। ਗੁਰ ਕੇ ਚਰਨ ਧੋਏ ਧੋਏ ਪੀਵਾ, ਗੁਰ ਕੇ ਚਰਨ ਧੋਏ ਧੋਏ ਪੀਵਾ। ਗੁਰ ਕੇ ਚਰਨ ਧੋਏ ਧੋਏ ਪੀਵਾ, ਗੁਰ ਕੇ ਚਰਨ ਧੋਏ ਧੋਏ ਪੀਵਾ। ਦਰਸ਼ਨ ਭੇਟਤ ਪਾਪ ਸਭ ਨਾਸੈ। ਗੁਰੂ ਜੀ ਦੇ ਦਰਸ਼ਨ ਕਰਦਿਆਂ ਸਾਰੇ ਪਾਪ ਨਾਸ ਹੋ ਜਾਂਦੇ।
ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ। ਤਿਨ ਹਰ ਨਾਮ ਦ੍ਰਿੜਾਵੇ RAM ਰਾਜੇ, ਤਿਸ ਕੀ ਤ੍ਰਿਸ਼ਨਾ ਭੁੱਖ ਸਭ ਉਤਰੈ। ਜੋ ਹਰ ਨਾਮ ਧਿਆਵੈ, ਜੋ ਹਰ ਹਰ ਨਾਮ ਧਿਆਏ ਦੇ, ਤਿਨ ਜਮ ਨੇੜ ਨਾ ਆਵੈ। ਜਨ ਨਾਨਕ ਕਉ ਹਰ ਕਿਰਪਾ ਕਰ, ਨਿਤ ਜਪੈ ਹਰ ਨਾਮ, ਹਰ ਨਾਮ ਤਰਾਵੈ। ਗੁਰੂ ਕੇ ਦਰਸ਼ਨ ਕਰਦਿਆਂ ਸਾਰੇ ਜਨਮਾਂ ਜਨਮਾਤਰਾ ਦੇ ਪਾਪ ਨਾਸ ਹੋ ਜਾਂਦੇ ਹਨ। ਹਰਿ ਸਿਉ ਦੇ ਮਿਲਾਈ, ਤੇ ਗੁਰੂ ਜੀ ਕਿਰਪਾ ਕਰਕੇ ਜਗਿਆਸੂ ਨੂੰ, ਜੀਵ ਨੂੰ ਹਰੀ ਦੇ ਨਾਲ ਮਿਲਾ ਦਿੰਦੇ ਹਨ। ਮੇਰਾ ਗੁਰ ਪਰਮੇਸ਼ਰ ਸੁਖਦਾਈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਚਮ ਪਾਤਸ਼ਾਹ ਫਰਮਾਉਂਦੇ ਹਨ, ਮੇਰਾ ਗੁਰ ਪਰਮੇਸ਼ਰ ਹੈ। ਗੁਰੂ ਦੇ ਵਿੱਚ ਤੇ ਪਰਮੇਸ਼ਰ ਦੇ ਵਿੱਚ ਅੰਤਰਾ ਕੋਈ ਨਹੀਂ। ਗੁਰ ਪਰਮੇਸ਼ਰ ਏਕੋ ਜਾਨ, ਨਾਨਕ ਸੋਧੇ ਸਿਮਰਿਤ ਵੇਦ। ਪਾਰ ਬ੍ਰਹਮ ਗੁਰ ਨਾਹੀ ਭੇਦ। ਗੁਰ ਗੋਬਿੰਦ ਗੋਪਾਲ ਗੁਰ, ਗੁਰ ਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ, ਗੁਰ ਨਾਨਕ ਪਤਿ ਉਦਾਹਰਣ ਹੈ। ਭਉਜਲ ਬਿਖਮਸ ਗਾਹੋ, ਗੁਰ ਬੋਹਿਤ ਹੈ ਤਾਰਿਅਮ। ਨਾਨਕ ਪੂਰ ਕਰਮ, ਸਤਿਗੁਰ ਚਰਨੀ ਲੱਗਿਆ। ਮੇਰਾ ਗੁਰ ਪਰਮੇਸ਼ਰ, ਮੇਰਾ ਗੁਰੂ ਸਾਹਿਬ ਪਰਮੇਸ਼ਰ ਹੈ। ਸੁਖਦਾਈ ਤੇ ਸੁਖ ਦੇਣ ਵਾਲੇ ਹਨ, ਸੁੱਖਾਂ ਦੇ ਦਾਤੇ ਹਨ ਗੁਰੂ ਜੀ। ਪਾਰ ਬ੍ਰਹਮ ਕਾ ਨਾਮ ਦ੍ਰਿੜਾਏ, ਜੋ ਪਾਪਾਂ ਪੁੰਨਾਂ ਤੋਂ ਪਾਰ ਹੈ, ਪਰੇ ਹੈ। ਬ੍ਰਹਮ ਸਰਬ ਵਿਆਪਕ ਹੈ, ਪਾਪ ਪੁੰਨ ਕਾ ਤਿਸ ਲੇਪ ਨਾ ਲਾਗੈ। ਐਸਾ ਜੋ ਪਾਰ ਬ੍ਰਹਮ ਪਰਮੇਸ਼ਰ ਹੈ, ਪਾਰ ਬ੍ਰਹਮ ਦਾ ਨਾਮ ਦ੍ਰਿੜ ਕਰਾਉਂਦੇ ਹਨ ਸਤਿਗੁਰੂ ਜੀ। ਅੰਤੇ ਹੋਏ ਸਖਾਈ, ਜਿਹੜਾ ਨਾਮ ਜੀਵ ਦੇ ਨਾਲ ਜਿਹਨੂੰ ਸਵਾਸ ਪੂਰੇ ਹੋ ਜਾਣੇ ਆ, ਅੰਤਲਾ ਸਮਾਉਣਾ ਵਾ, ਅੰਤ ਵੇਲੇ ਜੋ ਨਾਮ ਸਖਾਪਣ ਨਿਭਾਉਂਦਾ ਹੈ, ਸਹਾਇਤਾ ਕਰਦਾ ਹੈ, ਸਖਾਈ ਮਿੱਤਰਤਾ ਨਿਭਾਉਣ ਵਾਲਾ ਨਾਮ ਹੈ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਾਨੂ ਹਾਂ ਨਾਮ ਤੇਰਾ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚੱਲੈ। ਐਸਾ ਨਾਮ ਦ੍ਰਿੜ ਕਰਾਉਂਦੇ ਆ, ਨਾਮ ਹਿਰਦੇ ਵਿੱਚ ਪ੍ਰਪੱਕ ਕਰਵਾਉਂਦੇ ਆ, ਜੋ ਨਾਮ ਲੋਕ ਤੇ ਪ੍ਰਲੋਕ ਵਿੱਚ, ਅੰਤ ਵੇਲੇ ਪ੍ਰਲੋਕ ਵਿੱਚ ਸਹਾਈ ਹੁੰਦਾ ਹੈ। ਰਹਾਉ ਵਿਸਰਾਮ ਦੇ ਕੇ ਫਰਮਾਉਂਦੇ ਹਨ, ਸਗਲ ਦੁਖ ਕਾ ਡੇਰਾ ਪੰਨਾ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਸਾਰਿਆਂ ਦੁੱਖਾਂ ਦਾ ਡੇਰਾ ਹੀ ਭੰਨ ਦਿੱਤਾ ਹੈ। ਜੋ ਦੁੱਖਾਂ ਨੇ ਡੇਰਾ ਹੀ ਲਾਇਆ ਹੋਇਆ ਸੀ ਘਰ ਦੇ ਵਿੱਚ, ਇਹ ਹਿਰਦੇ ਰੂਪੀ ਘਰ ਦੇ ਵਿੱਚ, ਤੇ ਉਹ ਜਿਹੜਾ ਦੁੱਖਾਂ ਦਾ ਡੇਰਾ ਸੀ ਨਾ, ਅਗਿਆਨ ਹੀ ਭੰਨ ਦਿੱਤਾ ਸਤਿਗੁਰੂ ਜੀ ਨੇ ਆਪਣਾ ਗਿਆਨ ਬਖਸ਼ ਕਰਕੇ। ਸੰਤ ਧੂਰ ਮੁਖ ਲਾਈ, ਤੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਐਸਾ ਉਪਦੇਸ਼ ਬਖਸ਼ਿਆ ਹੈ। ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸਨਾਨ। ਹਰ ਕਾ ਨਾਮ ਧਿਆਏ ਸੁਣ ਸਭਨਾ ਨੋ ਕਰ ਦਾਨ। ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ। ਗੁਰੂ ਕੇ ਪਿਆਰੇ ਸੰਤ ਜਨਾ ਬੰਦਗੀ ਕਰਨ ਵਾਲਿਆਂ ਦੀ ਧੂੜੀ ਮੁਖ ਤੇ ਲਾਈ ਹੈ। ਮਹਾਰਾਜ ਕਹਿੰਦੇ ਬੰਦਗੀ ਵਾਲਿਆਂ ਦੀ ਚਰਨ ਧੂੜੀ ਪ੍ਰਾਪਤ ਹੋ ਜਾਵੇ, ਹੰਕਾਰ ਛੱਡ ਕੇ ਨਿਮਰਤਾ ਧਾਰਨ ਕਰਕੇ ਉਹਨਾਂ ਦੀ ਸੰਗਤ ਵਿੱਚ ਬੈਠੀਏ ਤਾਂ ਕਲਿਆਣ ਹੋ ਜਾਂਦੀ ਹੈ। ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ। ਜਾਤ ਨਾ ਪਤ ਨਾ ਆਦਰੋ ਧਿਆਨ ਪਰਮਿੰਨਾ। ਮਿੱਤਰ ਨਾ ਇਠ ਧਨ ਰੂਪਹੀਨ ਕਿਛ ਸਾਖ ਨਾ ਸਿੰਨਾ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ। ਗੁਰ ਸਿੱਖਾਂ ਕੀ ਹਰ ਧੂੜ ਦੇਹੇ ਹਮ ਪਾਪੀ ਭੀਗਤ ਪਾਹੇ। ਗੁਰੂ ਕੇ ਪਿਆਰੇ ਜਿਹੜੇ ਸੰਤ ਜਨ ਹਨ, ਉਹਨਾਂ ਦੀ ਚਰਨ ਧੂੜੀ ਮੁਖ ਤੇ ਮਸਤਕ ਤੇ ਲਾਉਣਾ ਕੀਤੀ ਹੈ। ਭਗਤ ਪੁਨੀਤ ਕੀਏ ਖਿਨ ਭੀਤਰ। ਜਦੋਂ ਗੁਰੂ ਜੀ ਨੇ ਕਿਰਪਾ ਕੀਤੀ, ਆਪਣਾ ਦਰਸ਼ਨ ਬਖਸ਼ਿਆ, ਉਪਦੇਸ਼ ਦਿੱਤਾ, ਤੇ ਪਤਿਤ ਜੋ ਵਿਕਾਰਾਂ ਵਿੱਚ ਗਿਰੇ ਹੋਏ ਸਨ, ਪਤਿਤ ਪਾਪੀ ਹੋ ਰਹੇ ਸਨ, ਪਾਪੀਆਂ ਨੂੰ ਪੁਨੀਤ ਕਰ ਦਿੱਤਾ ਇੱਕ ਖਿਣ ਦੇ ਵਿੱਚ ਹੀ, ਖਿਣ ਭੀਤਰ ਹੀ, ਨੇਤਰ ਫੋਰ ਸਮੇਂ ਦੇ ਵਿੱਚ ਹੀ ਪਾਪੀਆਂ ਨੂੰ ਪੁਨੀਤ ਕਰ ਦਿੱਤਾ। ਪੁਨੀਤ ਨਾਮ ਬਹੁਤੇ ਪਵਿੱਤਰ ਦਾ ਹੈ। 3 ਵਾਰੀ ਪਵਿੱਤਰ ਆਖੀਏ ਤੇ ਇੱਕ ਪੁਨੀਤ ਬਣਦਾ ਹੈ। 3 ਵਾਰੀ ਕੋਈ ਪਵਿੱਤਰ ਹੋਵੇ ਤੇ ਤਾਂ ਉਹ ਪੁਨੀਤ ਹੁੰਦਾ। ਸੁਖਮਨੀ ਸਾਹਿਬ ਦੀ 12ਵੀਂ ਅਸ਼ਟਪਦੀ ਦੇ 12ਵੇਂ
ਵਾਹਿਗੁਰੂ 8ਵੇਂ ਪਦੇ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਉੱਥੇ ਸਤਿਗੁਰੂ ਜੀ ਨੇ ਪੁਨੀਤ ਦੀ ਵਿਆਖਿਆ ਕੀਤੀ ਹੈ। ਮਹਾਰਾਜ ਕਹਿੰਦੇ ਪਵਿੱਤਰ 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 ਪੁਨੀਤ। 3 ਵਾਰੀ ਪਵਿੱਤਰ ਕਹਿ ਕੇ ਫਿਰ ਆਖਿਆ ਪੁਨੀਤ। ਪੁਨੀਤ ਤੋਂ ਭਾਵ ਹੋਇਆ ਬਹੁਤਾ ਹੀ ਪਵਿੱਤਰ। ਮਨ ਕਰਕੇ ਵੀ ਪਵਿੱਤਰ, ਬੋਲਾਂ ਕਰਕੇ ਵੀ ਪਵਿੱਤਰ, ਸਰੀਰ ਕਰਕੇ ਵੀ ਪਵਿੱਤਰ। ਜਦੋਂ ਗੁਰੂ ਜੀ ਨੇ ਕਿਰਪਾ ਕੀਤੀ, ਜਿਹੜਾ ਮਨ ਬਾਣੀ ਸਰੀਰ ਕਰਕੇ ਪਤਿਤ ਹੋ ਰਿਹਾ ਸੀ ਨਾ, ਉਹਦੇ ਉੱਤੇ ਕਿਰਪਾ ਦ੍ਰਿਸ਼ਟੀ ਕਰਕੇ ਉਹਨੂੰ ਬਹੁਤਾ ਹੀ ਪਵਿੱਤਰ ਕਰ ਦਿੱਤਾ ਇੱਕ ਖਿਣ ਦੇ ਵਿੱਚ ਹੀ। ਭਾਵ ਉਹ ਦੂਜਿਆਂ ਨੂੰ ਹੀ ਪਵਿੱਤਰ ਕਰਨ ਵਾਲਾ ਬਣ ਗਿਆ। ਅਗਿਆਨ ਅੰਧੇਰ ਵੰਝਾਈ। ਤੇ ਜੋ ਅਗਿਆਨ ਦਾ ਹਨੇਰਾ ਪਿਆ ਹੋਇਆ ਸੀ, ਸਤਿਗੁਰੂ ਜੀ ਨੇ ਕਿਰਪਾ ਕਰਕੇ ਜੀਵ ਦੇ ਹਿਰਦੇ ਵਿੱਚੋਂ ਅਗਿਆਨ ਦਾ ਅੰਧਕਾਰ ਜੋ ਹੈ ਅਗਿਆਨਤਾ ਦਾ ਅੰਧੇਰਾ ਹੈ, ਉਹਨੂੰ ਵੰਝਾ ਦਿੱਤਾ, ਭਾਵ ਦੂਰ ਕਰ ਦਿੱਤਾ। ਕਰਨ ਕਾਰਨ ਸਮਰੱਥ ਸੁਆਮੀ। ਸਾਰੇ ਕਾਰਨਾਂ ਨੂੰ ਕਰਨ ਵਾਲੇ ਸਤਿਗੁਰੂ ਜੀ ਸੁਆਮੀ ਮਾਲਕ ਸਮਰੱਥ ਹਨ, ਵੱਡੀ ਸਮਰੱਥਾ ਦੇ ਮਾਲਕ ਹਨ, ਸਭ ਕੁਝ ਕਰਨ ਦੇ ਸਮਰੱਥ ਹਨ। ਨਾਨਕ ਤਿਸ ਸਰਣਾ। ਮਹਾਰਾਜ ਕਹਿੰਦੇ ਅਸੀਂ ਤਿਸ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਹਾਂ। ਬੰਧਨ ਤੋੜ ਚਰਨ ਕਮਲ ਦ੍ਰਿੜਾਏ। ਸਤਿਗੁਰਾਂ ਨੇ ਬੰਧਨ ਤੋੜ ਕਰਕੇ, ਵਕਾਰਾਂ ਦੇ ਬੰਧਨ ਪਏ ਹੋਏ ਸੀ, ਕੁਰੀਤੀਆਂ ਦੇ ਬੰਧਨ ਪਏ ਹੋਏ ਸੀ, ਝੂਠ ਬੋਲਣ ਦੇ, ਨਿੰਦਿਆ ਕਰਨ ਦੇ, ਈਰਖਾ ਕਰਨ ਦੇ, ਵਿਸ਼ੇ ਵਕਾਰਾਂ ਦੇ ਇਹ ਬੰਧਨ ਪਏ ਹੋਏ ਸੀ। ਇਹ ਬੰਧਨ ਤੋੜ ਦਿੱਤੇ ਗੁਰੂ ਜੀ ਨੇ। ਹੰਗਤਾ ਮਮਤਾ ਦੇ ਬੰਧਨ ਪਏ ਸੀ, ਕਰਤਾ ਭੋਗਤਾ ਦੇ ਬੰਧਨ ਪਏ ਸੀ ਕਿ ਮੈਂ ਕਰਤਾ ਹਾਂ, ਕਰਨ ਵਾਲਾ ਹਾਂ, ਮੈਂ ਭੋਗਣ ਵਾਲਾ ਹਾਂ। ਹੰਕਾਰ ਕਰਦਾ ਸੀ, ਮੈਂ ਮੇਰੀ ਕਰਦਾ ਸੀ। ਉਹ ਬੰਧਨ ਤੋੜ ਕਰਕੇ ਪ੍ਰਭੂ ਦੇ ਚਰਨ ਕਮਲ ਦ੍ਰਿੜ ਕਰਾ ਦਿੱਤੇ। ਨਾਮ ਰੂਪੀ ਜੋ ਚਰਨ ਕਮਲ ਹਨ, ਭਾਵ ਭਗਤੀ ਰੂਪੀ ਸ਼ਬਦ ਰੂਪੀ ਚਰਨ ਕਮਲ ਹਿਰਦੇ ਵਿੱਚ ਦ੍ਰਿੜ ਪ੍ਰਪੱਕ ਕਰਵਾ ਦਿੱਤੇ। ਏਕ ਸ਼ਬਦ ਲਿਵ ਲਾਈ। ਇੱਕ ਸ਼ਬਦ ਬ੍ਰਹਮ ਦੇ ਨਾਲ ਹੀ ਲਿਵ ਲਾ ਦਿੱਤੀ। ਇੱਕ ਵਾਹਿਗੁਰੂ ਸ਼ਬਦ ਦੇ ਨਾਲ ਹੀ ਜਗਿਆਸੂ ਦੀ ਚਿੱਤ ਬਿਰਤੀ ਅੰਦਰ ਦੀ ਲਿਵ ਪ੍ਰਭੂ ਦੇ ਨਾਮ ਨਾਲ ਜੋੜ ਦਿੱਤੀ। ਅੰਧ ਕੂਪ ਵਿਖਿਆ ਤੇ ਕਾਢਿਓ। ਜੋ ਵਿਖਿਆ ਇਹ ਮਾਇਆ ਹੈ, ਮਾਇਆ ਅੰਧੇ ਖੂਹ ਦੀ ਤਰ੍ਹਾਂ ਹੈ। ਜੋ ਵਕਾਰਾਂ ਰੂਪੀ ਅੰਧਾ ਖੂਹ ਹੈ, ਮਾਇਆ ਰੂਪੀ ਅੰਧਾ ਖੂਹ ਹੈ। ਇਸ ਮਾਇਆ ਤੋਂ ਮਹਾਰਾਜ ਸਾਹਿਬ ਜੀ ਨੇ ਆਪਣੇ ਪਿਆਰਿਆਂ ਨੂੰ ਕੱਢ ਲੈਣਾ ਕੀਤਾ ਹੈ। ਸਾਚ ਸ਼ਬਦ ਬਣ ਆਈ। ਤਾਂ ਉਹਨਾਂ ਜੀਵਾਂ ਦੀ ਫਿਰ ਸੱਚੇ ਸ਼ਬਦ ਦੇ ਨਾਲ, ਸੱਚੇ ਉਪਦੇਸ਼ ਦੇ ਨਾਲ ਸਾਂਝ ਬਣ ਆਈ ਹੈ। ਜਨਮ ਮਰਨ ਕਾ ਸਹਸਾ ਚੁਕਾ। ਜਿਹੜਾ ਸੰਸਾ ਬਣਿਆ ਹੋਇਆ ਸੀ ਨਾ, ਸ਼ੱਕ ਬਣਿਆ ਹੋਇਆ ਸੀ, ਜੰਮਣਾ ਮਰਨਾ, ਹੁਣ ਜਨਮ ਮਰਨ ਦਾ ਸੰਸਾ ਹੀ ਚੁੱਕਿਆ ਗਿਆ ਹੈ। ਗੁਰੂ ਜੀ ਨੇ ਦੂਰ ਕਰ ਦਿੱਤਾ ਹੈ। ਭਾਵ ਹੁਣ ਜਨਮ ਮਰਨ ਨਹੀਂ ਹੋਵੇਗਾ। ਬਾਹੁੜ ਕਤਹੁ ਨਾ ਧਾਈ। ਐਸੇ ਗੁਰੂ ਕੇ ਪਿਆਰੇ ਗੁਰਸਿੱਖ ਬਾਹੁੜ ਦੁਬਾਰਾ ਫੇਰ ਕਦੇ ਵੀ ਕਿਸੇ ਜੂਨ ਦੇ ਵਿੱਚ ਪੈ ਕਰਕੇ ਉਹ ਨਹੀਂ ਦੌੜਨਗੇ, ਨਹੀਂ ਧੌਣਗੇ। ਉਹਨਾਂ ਨੂੰ ਧੌਣਾ ਨਹੀਂ ਪਵੇਗਾ, ਦੌੜਨਾ ਨਹੀਂ ਪਵੇਗਾ। ਨਾਮ ਰਸਾਇਣ ਇਹੋ ਮਨ ਰਾਤਾ। ਕਿਉਂਕਿ ਨਾਮ ਜੋ ਰਸਾਇਣ ਰਸਾਂ ਦਾ ਘਰ ਹੈ ਨਾ, ਸਾਰੇ ਰਸਾਂ ਤੋਂ ਸ੍ਰੇਸ਼ਟ ਰਸ ਹੈ ਤੇ ਰਸਾਂ ਦਾ ਆਇਨ ਘਰ ਹੈ ਨਾਮ। ਇਹ ਜਿਹੜਾ ਮਨ ਹੈ ਗੁਰਮੁਖਾਂ ਦਾ, ਇਹ ਨਾਮ ਜੋ ਰਸਾਂ ਦਾ ਘਰ ਹੈ, ਉਸ ਰਸ ਦੇ ਵਿੱਚ ਰੰਗਿਆ ਗਿਆ। ਅੰਮ੍ਰਿਤ ਕੀ ਤ੍ਰਿਪਤਾਈ। ਤੇ ਨਾਮ ਅੰਮ੍ਰਿਤ ਨੂੰ ਪੀ ਪੀ ਕੇ ਤ੍ਰਿਪਤ ਹੋ ਗਏ ਗੁਰੂ ਕੇ ਪਿਆਰੇ, ਰੱਜ ਗਏ। ਜਿਨ੍ਹਾਂ ਨੇ ਨਾਮ ਅੰਮ੍ਰਿਤ ਨੂੰ ਪੀਤਾ, ਸਾਰੀਆਂ ਭੁੱਖਾਂ ਹੀ ਮਿਟ ਗਈਆਂ। ਮਨ ਦੀਆਂ ਭੁੱਖਾਂ ਦੂਰ ਹੋ ਗਈਆਂ, ਇੰਦਰੀਆਂ ਦੀਆਂ ਭੁੱਖਾਂ ਮਿਟ ਗਈਆਂ, ਮਨ ਦੀ ਭੁੱਖ ਵੀ, ਤਨ ਦੀ ਭੁੱਖ ਵੀ ਸਾਰੀ ਮਿਟ ਗਈ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਤੇ ਆਇਆ। ਅੰਮ੍ਰਿਤ ਨੂੰ ਪੀ ਕਰਕੇ ਤੇ ਤ੍ਰਿਪਤਾਈ, ਤ੍ਰਿਪਤੀ ਆ ਗਈ, ਆਤਮ ਤ੍ਰਿਪਤੀ ਹੋ ਗਈ। ਸੰਤ ਸੰਗ ਮਿਲ ਕੀਰਤਨ ਗਾਇਆ। ਸੰਤਾਂ ਦੇ ਸੰਗ ਵਿੱਚ ਮਿਲ ਕਰਕੇ ਪ੍ਰਭੂ ਦਾ ਕੀਰਤਨ ਗਾਉਣਾ ਕੀਤਾ। ਨਿਹਚਲ ਵਸਿਆ ਜਾਈ। ਤਾਂ ਫਿਰ
उस जाई जगह ते जा करके गुरु का प्यारा वसिया वस गया। ਜਿਹੜੀ ਜਾਈ जगह निश्चल है, चलाएमान होने वाली नहीं, अचल थां है। सचखंड रूपी गुरपुरी रूपी वो निश्चल जड़ी जगह है वो प्राप्त हो गई। बेगमपुरा शहर को नाम प्राप्त हो गया। वो निश्चल सचखंड रूपी थां अचल टिकाणा उथों दा वासी गुरु का प्यारा बन गया। पूरे गुर पूरी मत दीनी, पूरे गुरु साहब जी ने पूरी अपनी श्रेष्ठ मत ਜਿਹੜੀ ਸਿੱਖਿਆ ਉਹ ਦੇਣਾ ਕੀਤੀ ਹੈ। ਹਰ ਬਿਨ ਆਨ ਨਾ ਪਾਈ, ਉਹ ਸਿੱਖਿਆ ਇਹ ਦਿੱਤੀ ਕਿ ਹਰੀ ਤੋਂ ਬਿਨਾ ਆਣ ਹੋਰ ਕੋਈ ਇਹ ਭਰਾਵਾ ਰੱਖਿਆ ਕਰਨ ਵਾਲਾ ਨਹੀਂ ਹੈ। ਇਸ ਕਰਕੇ ਹਰੀ ਦੀ ਸ਼ਰਨ ਪੈ, ਵਾਹਿਗੁਰੂ ਦੀ ਸ਼ਰਨ ਪੈ। ਉਹ ਵਾਹਿਗੁਰੂ ਪਰਮੇਸ਼ਵਰ ਹੀ ਲੋਕ ਤੇ ਪ੍ਰਲੋਕ ਵਿੱਚ ਰੱਖਿਆ ਕਰਨ ਵਾਲਾ ਹੈ ਤੇ ਉਹਦੇ ਤੋਂ ਬਿਨਾ ਆਣ ਹੋਰ ਕੋਈ ਉਹਦੀ ਬਰਾਬਰਤਾ ਦਾ ਨਹੀਂ ਹੈ। तेरा शरीक को नाही जिसनु लवे लाए सुनाया, जैसा तू तैसा तुही क्या उपमा दी जाए। वो वाहिगुरु परमेश्वर तो बिना आन होर कोई नहीं है। नाम निधान पाया वट भागी, ਵੱਡਿਆਂ ਭਾਗਾਂ ਵਾਲਿਆਂ ਨੇ ਨਾਮ ਰੂਪੀ ਨਿਧਾਨ ਖਜ਼ਾਨਾ ਗੁਰੂ ਸਾਹਿਬ ਜੀ ਦੇ ਪਾਸੋਂ ਪ੍ਰਾਪਤ ਕੀਤਾ ਹੈ। ਨਾਨਕ ਨਰਕ ਨਾ ਜਾਈ, ਉਹ ਫਿਰ ਵੱਡਿਆਂ ਭਾਗਾਂ ਵਾਲੇ ਜਿਨ੍ਹਾਂ ਨੇ ਗੁਰੂ ਜੀ ਦੀ ਸ਼ਰਨ ਵਿੱਚ ਪੈ ਕੇ ਨਾਮ ਦਾ ਖਜ਼ਾਨਾ ਪਾਇਆ ਨਾ, ਮਹਾਰਾਜ ਕਹਿੰਦੇ ਪੰਚਮ ਪਾਤਸ਼ਾਹ ਉਹ ਨਰਕਾਂ ਨੂੰ ਨਹੀਂ ਜਾਂਦੇ, ਉਹਨਾਂ ਨੂੰ ਨਰਕਾਂ ਵਿੱਚ ਨਹੀਂ ਪੈਣਾ ਪੈਂਦਾ ਹੈ। ਕਾਲ ਸਿਆਣਪ ਉਕਤ ਨਾ ਮੇਰੀ, ਤਾਂ ਮਹਾਰਾਜ ਸਾਹਿਬ ਕਹਿੰਦੇ ਫਿਰ ਉਹ ਇਸ ਤਰ੍ਹਾਂ ਬੇਨਤੀ ਕਰਦੇ ਆ ਜਿਨ੍ਹਾਂ ਨੂੰ ਨਾਮ ਰੂਪੀ ਖਜ਼ਾਨਾ ਮਿਲ ਜਾਂਦਾ, ਹੰਕਾਰ ਨਹੀਂ ਕਰਦੇ। ਉਹ ਸੇਵਾ ਕਰਦਿਆਂ ਹੋਏ ਆ, ਘਾਲਣਾ ਘਾਲਦਿਆਂ ਹੋਇਆ ਉਹ ਇਹ ਬੇਨਤੀ ਕਰਦੇ, ਮਹਾਰਾਜ ਨਾ ਤੇ ਘਾਲ ਹੀ ਮੇਰੀ ਹੈ ਤੇ ਨਾ ਬੁੱਧੀ ਦੀ ਸਿਆਣਪ ਹੀ ਮੇਰੀ ਹੈ ਤੇ ਨਾ ਜਿਹੜੇ ਬੋਲਾਂ ਦੀ ਉਕਤ ਕਥਨ ਸ਼ਕਤੀ ਹੈ। ਇਹ ਬੋਲਾਂ ਤੋਂ ਜਿਹੜੇ ਬੋਲ ਬੋਲਣੇ ਆ ਰਸਨਾ ਤੋਂ, ਇਹ ਉਕਤੀਆਂ ਜੁਗਤੀਆਂ ਵੀ ਮਹਾਰਾਜ ਮੇਰੀਆਂ ਨਹੀਂ ਹਨ। ਇਹ ਕਥਨ ਕਰਨਾ ਵੀ ਇਹ ਵੀ ਮੇਰੀ ਤਾਕਤ ਨਹੀਂ ਹੈ। ਜਿਸ ਤਰ੍ਹਾਂ ਆਪ ਬੁਲਾਉਂਦੇ ਉਸੇ ਤਰ੍ਹਾਂ ਮੈਂ ਬੋਲਦਾ, ਜਿਸ ਤਰ੍ਹਾਂ ਆਪ ਸਿਆਣਪ ਦਿੰਦੇ ਉਸੇ ਤਰ੍ਹਾਂ ਦੀ ਮੈਨੂੰ ਸਿਆਣਪ ਮਿਲੀ ਹੈ। ਜਿਸ ਤਰ੍ਹਾਂ ਆਪ ਮਹਾਰਾਜ ਘਾਲ ਘਾਲਣ ਦੀ ਸੇਵਾ ਕਰਨ ਦੀ ਬਖਸ਼ਿਸ਼ ਕਰਦੇ ਉਸੇ ਤਰ੍ਹਾਂ ਹੀ ਘਾਲ ਘਾਲੀ ਜਾਂਦੀ ਹੈ। ਉਹ ਹੰਕਾਰ ਛੱਡ ਕੇ ਇਸ ਤਰ੍ਹਾਂ ਬੇਨਤੀ ਕਰਦੇ ਵੀ ਨਾ ਘਾਲ ਮੇਰੀ, ਨਾ ਸਿਆਣਪ ਮੇਰੀ ਤੇ ਨਾ ਬੋਲਾਂ ਦੀ ਉਕਤੀ ਮੇਰੀ ਹੈ। ਪੂਰੇ ਗੁਰੂ ਕਮਾਈ, ਫਿਰ ਗੁਰੂ ਕੇ ਪਿਆਰੇ ਆਏ ਤੈਨੂੰ ਏਡੀ ਵੱਡੀ ਬਖਸ਼ਿਸ਼ ਕਿਸ ਤਰ੍ਹਾਂ ਮਿਲੀ? ਤਾਂ ਉਹ ਕਹਿੰਦੇ ਤਾਂ ਮੇਰੇ ਪੂਰੇ ਗੁਰੂ ਦੀ ਕਮਾਈ ਹੈ। ਮੈਂ ਤਾਂ ਆਪਣੇ ਗੁਰੂ ਦੀ ਕਮਾਈ ਖਾਂਦਾ ਪਿਆ, ਮੇਰੀ ਕਮਾਈ ਨਹੀਂ ਕੋਈ ਵੀ, ਇਹ ਮੇਰੇ ਗੁਰੂ ਦੀ ਕਮਾਈ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਕਮਾਈ ਹੈ। ਸੋ ਇਹ ਮੈਂ ਆਪਣੇ ਗੁਰੂ ਦੀ ਕਮਾਈ ਪ੍ਰਾਪਤ ਕਰ ਰਿਹਾ। ਮੇਰੇ ਗੁਰੂ ਕਮਾਈ, ਇਹ ਮੇਰੇ ਗੁਰੂ ਸਾਹਿਬ ਜੀ ਦੀ ਕਮਾਈ ਹੈ। ਇਹ ਸਾਰੀ ਘਾਲਣਾ ਮੇਰੇ ਗੁਰੂ ਸਾਹਿਬ ਜੀ ਦੀ ਹੈ, ਕਿਉਂਕਿ ਕਿੱਡੀ ਵੱਡੀ ਘਾਲਣਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸੰਸਾਰ ਦਾ ਭਲਾ ਕੀਤਾ, ਅੱਜ ਕਰ ਰਹੇ ਆ, ਅੱਗੇ ਕਰਨਗੇ, ਆਪਣੀ ਕਮਾਈ ਨਾਲ ਹੀ ਕਰ ਰਹੇ। ਤਾਂ ਹੀ ਆਖਿਆ ਸੀ ਨਾ ਸਿੱਧਾਂ ਨੇ, ਉਹਨਾਂ ਕਿਹਾ ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ, ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਕਹਿੰਦੇ ਮਹਾਰਾਜ ਸਾਡੀਆਂ ਤੇ ਕਮਾਈਆਂ ਤੁਹਾਡੇ ਸਾਹਮਣੇ ਫਿੱਕੀਆਂ ਵਾ, ਮੱਧਮ ਆ, ਛੋਟੀਆਂ ਵਾ। ਜਗਤ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਤੇਰੀ ਕਮਾਈ ਵੱਡੀ ਹੈ, ਸਤਿਗੁਰੂ ਜੀ ਆਪ ਜੀ ਦੀ ਕਮਾਈ ਵੱਡੀ ਹੈ। ਇਸ ਕਰਕੇ ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸਿਓ ਬਣ ਆਈ। ਬਾਬਾ ਪਹਿਤਾ ਸੱਚਖੰਡ ਨੌਨਿਤ ਨਾਮ ਗਰੀਬੀ ਪਾਈ। ਤੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਮਾਈ ਹੈ ਸਾਰੀ। ਜਦੋਂ ਮਹਾਰਾਜ ਸਾਹਿਬ ਗਰੀਬ ਨਵਾਜ ਮੌਜ ਦੇ ਮਾਲਕ, ਜਿਵੇਂ ਇੱਥੇ ਗੁਰਦੁਆਰਾ ਬੇਰ ਸਾਹਿਬ ਵਾਲੇ ਸਥਾਨ ਤੇ ਅੰਮ੍ਰਿਤ ਵੇਲੇ ਵੇਈ ਵਿੱਚ ਇਸ਼ਨਾਨ ਕਰਕੇ ਚੌਂਕੜਾ ਲਾ ਕੇ ਆਪਣੇ ਧਿਆਨ ਵਿੱਚ ਲੀਨ ਹੋਇਆ ਕਰਦੇ। ਜਦੋਂ ਮਹਾਰਾਜ ਨੇ ਰਾਵੀ ਦੇ ਕੰਢੇ ਤੇ ਕਰਤਾਰਪੁਰ ਸਾਹਿਬ ਨਗਰ ਵਸਾਇਆ ਨਾ, ਕਰਤਾਰ ਦੇ ਨਾਂ ਤੇ ਨਾਂ ਰੱਖਿਆ। ਮਹਾਰਾਜ ਦੀ ਰਸਨਾ ਤੇ ਬੋਲ ਹੀ ਇਹ ਹੁੰਦਾ ਸੀ, ਸਤ ਕਰਤਾਰ, ਸਤ ਕਰਤਾਰ। ਬਾਕੀ ਤੇ ਮਹਾਰਾਜ ਕਹਿੰਦੇ ਸਭ ਕੁਝ ਕੂੜ ਹੀ ਹੈ, ਇੱਕੋ ਇੱਕ ਕਰਤਾਰ ਹੀ ਸਤ ਹੈ। ਜਿਵੇਂ ਆਸਾ ਕੀ ਵਾਰ ਤੇ ਗੁਰੂ ਜੀ ਨੇ ਫਰਮਾਇਆ ਨਾ, ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ। ਤੇ ਅਖੀਰ ਤੇ ਜਾ ਕੇ ਆਖਿਆ ਨਾਨਕ ਵਖਾਣੈ ਬੇਨਤੀ ਤੁਧ ਬਾਝ ਕੂੜੋ ਕੂੜ।
कि तेरे तो बिना करतार वाहिगुरु, तेरे तो बिना सब कुछ कूड़ ही कूड़ है, झूठ ही झूठ है। सदा वास्ते सच ताऊ आद सच जुगाद, सच है भी सच नानक होसी भी सच। ਤਾਂ ਕਰਤਾਰ ਦੇ ਨਾਂ ਤੇ ਮਹਾਰਾਜ ਨੇ ਕਰਤਾਰਪੁਰ ਸਾਹਿਬ ਵਸਾਇਆ। ਤੇ ਮੌਜ ਦੇ ਮਾਲਕ ਕਈ ਵਾਰੀ ਰਾਤ ਦੇ ਮੌਕੇ ਦੇ ਵਿੱਚ ਰਾਵੀ ਦਰਿਆ ਦੇ ਵਿੱਚ ਜਾ ਕਰਕੇ ਮਹਾਰਾਜ ਨੇ ਖਲੋ ਜਾਣਾ। ਗਰੀਬ ਨਵਾਜ ਨੇ ਖਲੋ ਕਰਕੇ ਤੇ ਆਪਣੇ ਧਿਆਨ ਵਿੱਚ ਲੀਨ ਹੋ ਜਾਣਾ। ਬਾਬਾ ਲਹਿਣਾ ਜੀ ਵੀ ਨਾਲ ਜਾਂਦੇ ਸੀ, ਬਸਤਰ ਫੜ ਕੇ ਬੈਠਣਾ। ਤੇ ਇੱਕ ਵਾਰੀ ਉਹਨਾਂ ਨੇ ਵੀ ਨਾਲ ਖਲੋਣਾ ਕੀਤਾ। ਬਹੁਤੀ ਠੰਡ ਸੀ, ਠੰਡ ਦੇ ਨਾਲ ਤਾਂ ਇਸ ਤਰ੍ਹਾਂ ਦੀ ਹਾਲਤ ਹੋ ਗਈ ਵੀ ਉੱਥੇ ਡਿੱਗ ਹੀ ਪਏ ਸਨ। ਐਸਾ ਇਤਿਹਾਸ ਵਿੱਚ ਲਿਖਿਆ। ਠੰਡ ਦੇ ਨਾਲ, ਆ ਠੰਡ ਦੀ ਰੁੱਤ ਵਿੱਚ, ਪੋਹ ਮਾਘ ਦੀ ਕਕਰੀਲੀ ਠੰਡ ਦੇ ਵਿੱਚ ਬਾਬਾ ਲਹਿਣਾ ਜੀ ਕੰਬਲ ਲੱਗ ਪਏ ਤਾਂ ਡਿੱਗ ਪਏ, ਮੂਰਛਾ ਆ ਗਈ। ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਫਿਰ ਆਪਣੇ ਚਰਨ ਸੁਹਾ ਕਰਕੇ ਤੇ ਸੁਰਜੀਤ ਕੀਤਾ ਤੇ ਬਚਨ ਕੀਤਾ ਵੀ ਜੋ ਅਸੀਂ ਇਹ ਕਮਾਈ ਕਰ ਰਹੇ ਹਾਂ, ਇਹ ਅਸੀਂ ਤੁਹਾਡੇ ਵਾਸਤੇ ਹੀ ਕਰ ਰਹੇ ਹਾਂ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ, ਇਹ ਅਸੀਂ ਕਮਾਈ ਇਹ ਤੁਹਾਡੇ ਵਾਸਤੇ ਹੀ ਕਰ ਰਹੇ ਹਾਂ। ਇਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਮਾਈ ਹੀ ਸਾਰੇ ਗੁਰੂ ਕੇ ਸਿੱਖ ਛਕ ਰਹੇ ਹਨ। ਮਹਾਰਾਜ ਦੀ ਕਮਾਈ ਨਹੀਂ ਮੁੱਕਣ ਵਾਲੀ, ਇਹ ਤਾਂ ਦਿਨ ਪ੍ਰਤੀ ਦਿਨ ਵਧਣ ਵਾਲੀ ਹੈ। ਗੁਰੂ ਨਾਨਕ ਸਾਹਿਬ ਜੀ ਦੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਤੋ ਗਰੀਬ ਨਵਾਜ ਸਾਹਿਬ ਜੀ ਦੇ ਪਿਆਰੇ ਪੰਚਮ ਪਾਤਸ਼ਾਹ ਕਹਿੰਦੇ ਹਨ ਵੀ ਗੁਰਸਿੱਖ ਗੁਰੂ ਕੇ ਪਿਆਰੇ ਬੇਨਤੀ ਕਰਦੇ ਵੀ ਸਾਡੀ ਤਾਂ ਕੋਈ ਕਾਲ ਨਹੀਂ, ਸਾਡੀ ਤਾਂ ਕੋਈ ਸਿਆਣਪ ਨਹੀਂ, ਸਾਡੀ ਤਾਂ ਕੋਈ ਬੋਲਾਂ ਦੀ ਵੀ ਚਤਰਾਈ ਯੁਕਤੀ ਨਹੀਂ ਹੈ। ਪੂਰਾ ਗੁਰੂ ਕਮਾਈਏ, ਮੇਰੇ ਪੂਰੇ ਗੁਰੂ ਸਾਹਿਬ ਜੀ ਦੀ ਕਮਾਈ ਹੈ ਕਿ ਪੂਰੇ ਗੁਰੂ ਸਾਹਿਬ ਜੀ ਨੇ ਸਾਡੇ ਤੇ ਕਿਰਪਾ ਕਰ ਦਿੱਤੀ, ਸਾਨੂੰ ਨਾਮ ਦਾ ਖਜ਼ਾਨਾ ਦੇ ਦਿੱਤਾ। ਇਸ ਕਰਕੇ ਹੁਣ ਅਸੀਂ ਨਰਕਾਂ ਵਿੱਚ ਨਹੀਂ ਜਾਵਾਂਗੇ। ਜਪ ਤਪ ਸੰਜਮ ਸੋਚ ਹੈ ਸੋਈ। ਜਪ ਉਹ ਹੁੰਦਾ ਜਿਹੜਾ ਰਸਨਾ ਤੋਂ ਕੀਤਾ ਜਾਵੇ, ਤਪ ਉਹ ਹੁੰਦਾ ਹੈ ਜਿਹੜਾ ਸਰੀਰ ਦੇ ਨਾਲ ਕੀਤਾ ਜਾਵੇ, ਸਰੀਰ ਦੀ ਮਿਹਨਤ। ਗੁਰੂ ਸਾਹਿਬ ਜੀ ਨੇ ਗੁਰੂ ਘਰ ਦਾ ਤਪ ਦੱਸਿਆ, ਗੁਰੂ ਕੀ ਸੇਵਾ ਕਰਨੀ। ਗੁਰ ਸੇਵਾ ਤਪਾਂ ਸਿਰ ਤਪਸਾਰ। ਸਰੀਰ ਨੂੰ ਜੋ ਇਹ ਕਸ਼ਟ ਦੇ ਕਰਕੇ ਕੋਈ ਘਾਲਣਾ ਘਾਲੀ ਜਾਂਦੀ ਹੈ, ਉਹ ਤਪ ਕਿਹਾ ਜਾਂਦਾ ਹੈ। ਰਸਨਾ ਤੋਂ ਜੋ ਬੋਲ ਕੇ ਕੀਤਾ ਜਾਂਦਾ ਉਹ ਜਪ ਕਿਹਾ ਜਾਂਦਾ ਹੈ। ਤੇ ਸੰਜਮ ਹੁੰਦਾ ਹੈ ਇੰਦਰੀਆਂ ਨੂੰ ਕਾਬੂ ਰੱਖਣਾ, ਅੱਖਾਂ ਨੂੰ ਬਗਾਨਾ ਰੂਪ ਤੱਕਣ ਤੋਂ, ਕੰਨਾਂ ਨੂੰ ਝੂਠ ਨਿੰਦਿਆ ਚੁਗਲੀ ਤੋਂ, ਰਸਨਾ ਨੂੰ ਝੂਠ ਨਿੰਦਿਆ ਚੁਗਲੀ ਬੋਲਣ ਵੱਲੋਂ ਰੋਕ ਕੇ ਰੱਖਣਾ, ਪੈਰਾਂ ਨੂੰ ਮਾੜੇ ਪਾਸਿਓਂ ਰੋਕਣਾ, ਹੱਥਾਂ ਤੋਂ ਕੁਕਰਮ ਨਾ ਕਰਨਾ। ਇਹ ਸੰਜਮ ਹੈ। ਤੇ ਸੁੱਚ ਸਰੀਰ ਦੀ ਸੁਚਮਤਾ ਹੈ, ਇਸ਼ਨਾਨ ਆਦਿ ਕਰਕੇ ਸਰੀਰ ਦੀ ਪਵਿੱਤਰਤਾ ਕਰਨੀ। ਫਿਰ ਇਸੇ ਤਰ੍ਹਾਂ ਹਿਰਦੇ ਦੀ ਸੁਚਮਤਾ ਹੈ ਕਿ ਹਿਰਦੇ ਦੇ ਵਿੱਚ ਵੈਰ ਭਾਵ ਨਾ ਰੱਖਣਾ, ਰਾਗ ਦੁਆਇਸ਼ ਨਾ ਰੱਖਣਾ। ਸੋ ਇਸੇ ਤਰ੍ਹਾਂ ਵਿਕਾਰਾਂ ਵਾਲੇ ਫੁਰਨੇ ਨਾ ਰੱਖਣੇ, ਨਾਮ ਦੇ ਨਾਲ ਜੋੜਨਾ, ਇਹ ਹਿਰਦੇ ਦੀ ਸੁਚਮਤਾ ਹੈ। ਆਪੇ ਕਰੇ ਕਰਾਈ। ਪਰ ਆਪ ਹੀ ਮਹਾਰਾਜ ਸਾਹਿਬ ਜੀ ਕਰਨ ਵਾਲੇ ਆ ਤੇ ਆਪ ਹੀ ਆਪਣੇ ਪਿਆਰੇ ਗੁਰਸਿੱਖਾਂ ਤੋਂ ਕਰਾਉਣ ਵਾਲੇ ਆ। ਇਹ ਜਪ ਤਪ ਸੰਜਮ ਤੇ ਸੁੱਚ ਵੀ ਉਹੀ ਕਰਦਾ ਹੈ ਜਿਹਦੇ ਤੋਂ ਆਪ ਹੀ ਮਹਾਰਾਜ ਸਾਹਿਬ ਜੀ ਕਰਵਾਉਂਦੇ ਹਨ। ਪੁੱਤਰ ਕਲੱਤਰ ਮਹਾ ਵਿਖਿਆ ਮਹਿ। ਪੁੱਤਰ ਪੁੱਤਰਾਂ ਦੇ ਵਿੱਚ ਕਲੱਤਰ ਨਾਮ ਘਰ ਵਾਲੀ ਦਾ ਹੈ ਤੇ ਮਹਾ ਵਿਖਿਆ ਜਿਹੜੀ ਵੱਡੀ ਮਾਇਆ ਹੈ, ਪਦਾਰਥ ਹੈ। ਇਹ ਮਾਇਆ ਦੇ ਵਿੱਚ ਤੇ ਘਰ ਵਾਲੀ ਪਰਿਵਾਰ ਗ੍ਰਸਤ ਦੇ ਵਿੱਚ, ਧੀਆਂ ਪੁੱਤਰਾਂ ਦੇ ਵਿੱਚ ਗੁਰ ਸਾਚੈ ਲਾਏ ਤਰਾਈ। ਸੱਚੇ ਗੁਰੂ ਸਾਹਿਬ ਜੀ ਨੇ ਸੋ ਸਾਡੀ ਜੋ ਲਿਵ ਹੈ ਉਹ ਨਾਮ ਨਾਲ ਲਾ ਕਰਕੇ ਜੋੜ ਕਰਕੇ ਸਾਨੂੰ ਵਿੱਚੇ ਹੀ ਪਰਿਵਾਰ ਦੇ ਰੱਖ ਕਰਕੇ ਤਰਾਈ ਤਾਰ ਦਿੱਤਾ ਹੈ, ਤਰਾ ਦੇਣਾ ਕੀਤਾ ਹੈ। ਆਪਣੇ ਗੁਰਸਿੱਖਾਂ ਨੂੰ ਗ੍ਰਸਤ ਵਿੱਚ ਰੱਖ ਕੇ, ਪਰਿਵਾਰ ਦੇ ਵਿੱਚ ਰੱਖ ਕੇ, ਮਾਇਆ ਪਦਾਰਥਾਂ ਵਿੱਚ ਰੱਖ ਕਰਕੇ ਸਤਿਗੁਰੂ ਜੀ ਨੇ ਤਾਰ ਦਿੱਤਾ ਸੰਸਾਰ ਭੌਚਰ ਤੋਂ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਅਸੰਧਿਆਂ ਖੇਲੰਦਿਆਂ ਪੈ ਨੰਦਿਆਂ ਖਾ ਵੰਦਿਆਂ ਵਿੱਚੇ ਹੋਵੇ ਮੁਕਤ। ਜੋਗ ਨਾ ਭਗਵੀ ਕੱਪੜੀ ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆ ਜੋਗ ਪਾਈਐ ਸਤਿਗੁਰ ਕੈ ਉਪਦੇਸ਼। ਆਪਣੇ ਜੀਵ ਤੈ ਆਪ ਸੰਭਾਲੇ। ਆਪਣੇ ਜੀਵਾਂ ਨੂੰ, ਜਿਨ੍ਹਾਂ ਨੂੰ ਤੁਸੀਂ ਆਪ ਪੈਦਾ ਕੀਤਾ ਹੈ,
हे प्रभु जी आप ही तुसी उन्हां दी साਂਭ संभाल कीती है आप लिए लड़ लाई ते आप ही परमेश्वर ने गुरु रूप हो करके अपने लड़ पल्ले ला लेना कीता सिੱਖੀ रूपी लड़ फड़ा दिता है उपदेश रूपी पल्ला फड़ा दिता है सत संगत रूपी लड़ दे नाल आप ही ला लेना कीता है साच धर्म का बेड़ा बांधिया ਜਿਹੜਾ ਸੱਚਾ ਧਰਮ ਮਹਾਰਾਜ ਸਾਹਿਬ ਜੀ ਨੇ ਦਿੱਤਾ ਹੈ ਨਾ ਇਹ ਬੇੜਾ ਬੰਨਿਆ ਹੋਇਆ ਗੁਰੂ ਸਾਹਿਬ ਜੀ ਨੇ ਇਹ ਜਹਾਜ਼ ਮਹਾਰਾਜ ਸਾਹਿਬ ਜੀ ਨੇ ਤਿਆਰ ਕੀਤਾ ਹੋਇਆ ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਵਾਹਿਗੁਰੂ ਦਾ ਨਾਮ ਜਪਣਾ ਤੇ ਪਵਿੱਤਰ ਕਰਮ ਕਰਨੇ ਜਿਹੜਾ ਗਰੀਬ ਨਵਾਜ਼ ਸਾਹਿਬ ਜੀ ਨੇ ਸੱਚਾ ਧਰਮ ਦਿੱਤਾ ਹੈ ਸਾਬਤ ਸੂਰਤ ਹੋਣਾ ਗੁਰੂ ਕੀ ਦਸੀ ਹੋਈ ਸਿੱਖੀ ਨੂੰ ਧਾਰਨ ਕਰਨਾ ਇਹ ਸੱਚਾ ਧਰਮ ਦਾ ਬੇੜਾ ਮਹਾਰਾਜ ਸਾਹਿਬ ਜੀ ਨੇ ਤਿਆਰ ਕੀਤਾ ਬੇੜਾ ਬੰਨਿਆ ਹੋਇਆ ਹੈ ਭਵਜਲ ਪਾਰ ਪਵਾਈ ਤਾਂ ਜਿਹੜੇ ਇਸ ਬੇੜੇ ਤੇ ਚੜ ਗਏ ਨਾ ਇਸ ਜਹਾਜ਼ ਦੇ ਉੱਤੇ ਚੜ ਗਏ ਉਹ ਸੰਸਾਰ ਭਉਜਲ ਤੋਂ ਪਾਰ ਪਵਾ ਦਿੱਤੇ ਮਹਾਰਾਜ ਨੇ ਉਹਨਾਂ ਨੂੰ ਪਾਰ ਕਰ ਦਿੱਤਾ ਗੁਰੂ ਸਾਹਿਬ ਜੀ ਨੇ ਸੱਚਾ ਜਿਹੜਾ ਸਿੱਖੀ ਦਾ ਬੇੜਾ ਤਿਆਰ ਕੀਤਾ ਜਹਾਜ਼ ਤਿਆਰ ਕੀਤਾ ਹੋਇਆ ਸੋ ਜਿਨ੍ਹਾਂ ਨੇ ਸਾਬਤ ਸੂਰਤ ਹੋ ਕਰਕੇ ਗੁਰੂ ਕਾ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਕੀ ਦਸੀ ਰਹਿਤ ਮਰਿਆਦਾ ਦੇ ਧਾਰਨੀ ਹੋਣਾ ਕੀਤਾ ਹੈ ਉਹਨਾਂ ਨੂੰ ਮਹਾਰਾਜ ਨੇ ਸੰਸਾਰ ਭਉਜਲ ਤੋਂ ਪਾਰ ਕਰ ਦਿੱਤਾ ਬੇਸਮਾਰ ਬੇਅੰਤ ਸੁਆਮੀ ਇਹ ਸੁਆਮੀ ਮਾਲਕ ਆਪ ਗਿਣਤੀ ਤੋਂ ਪਰੇ ਹੋ ਬੇਸ਼ੁਮਾਰ ਹੈ ਆਪ ਜੀ ਦੀ ਕੋਈ ਗਿਣਤੀ ਨਹੀਂ ਕਰ ਸਕਦਾ ਆਪ ਜੀ ਦੇ ਗੁਣਾਂ ਦੀ ਆਪ ਜੀ ਦੇ ਕਰਤੱਵਾਂ ਦੀ ਤੇ ਆਪ ਜੀ ਦਾ ਕੋਈ ਅੰਤ ਨਹੀਂ ਪਾ ਸਕਦਾ ਹੈ ਬੇਅੰਤੀ ਹੋ ਅੰਤ ਨਾ ਸਿਫਤੀ ਕਹਿਣ ਨਾ ਅੰਤ ਨਾ ਕਰਨਾ ਦੇਣ ਨਾ ਅੰਤ ਨਾ ਵੇਖਣ ਸੁਣਨ ਨਾ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏ ਵੱਡੀ ਉੱਚਾ ਹੋਵੇ ਕੋਏ ਤਿਸ ਉੱਚੇ ਕਉ ਜਾਣੈ ਸੋਏ ਕੋਈ ਏਡਾ ਉੱਚਾ ਹੋਵੇ ਤੇ ਉਸ ਉੱਚੇ ਨੂੰ ਜਾਣੇ ਨਾ ਉਹ ਜਿੱਡਾ ਉੱਚਾ ਆਪ ਹੈ ਆਪ ਹੀ ਹੈ ਓਡਾ ਉੱਚਾ ਏ ਵੱਡੀ ਉੱਚਾ ਹੋਵੇ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੇ ਵੱਡੇ ਆਪ ਜਾਣੈ ਆਪ ਨਾਨਕ ਨਦਰੀ ਕਰਮੀ ਦਾਤ ਇਸ ਕਰਕੇ ਵਾਹਿਗੁਰੂ ਜੀ ਆਪ ਬੇਸੁਮਾਰ ਹੋ ਬੇਸੁਮਾਰ ਅਥਾਹ ਅਗਣਤ ਅਤੋਲੈ ਆਪ ਅਗਣਤ ਹੋ ਆਪ ਤੋਲਣ ਤੋਂ ਰਹਿਤ ਹੋ ਬੇਸੁਮਾਰ ਬੇਅੰਤ ਅੰਤ ਤੋਂ ਰਹਿਤ ਹੋ ਤੇ ਸੁਆਮੀ ਮਾਲਕ ਹੋ ਸਾਰਿਆਂ ਦੇ ਨਾਨਕ ਬਲ ਬਲ ਜਾਈ ਪੰਜਮ ਪਾਤਸ਼ਾਹ ਕਹਿੰਦੇ ਹੇ ਗੁਰੂ ਪਰਮੇਸ਼ਰ ਜੀ ਅਸੀਂ ਆਪ ਜੀ ਤੋਂ ਬਲਿਹਾਰ ਜਾਂਦੇ ਹਾਂ ਬਲ ਹੇ ਪ੍ਰਕਾਸ਼ ਰੂਪ ਪ੍ਰਭੂ ਜੀ ਆਪ ਜੀ ਤੋਂ ਬਲਿਹਾਰ ਜਾਂਦੇ ਹਾਂ ਅਕਾਲ ਮੂਰਤ ਅਜੂਨੀ ਸੰਭਾ ਇਹ ਭਾਈ ਉਹ ਵਾਹਿਗੁਰੂ ਕਾਲ ਤੋਂ ਰਹਿਤ ਹਸਤੀ ਹੈ ਅਕਾਲ ਮੂਰਤ ਹੈ ਕਾਲ ਦਾ ਉਸ ਸਰੂਪ ਉੱਤੇ ਕੋਈ ਵੀ ਅਸਰ ਪ੍ਰਭਾਵ ਨਹੀਂ ਹੈ ਕਾਲਣ ਕੋ ਕਾਲ ਮਹਾਕਾਲਣ ਕੋ ਮਹਾਕਾਲ ਐਸਾ ਪਰਮੇਸ਼ਰ ਹੈ ਕਾਲ ਸਮੇਂ ਤੋਂ ਰਹਿਤ ਹਸਤੀ ਹੈ ਬਾਕੀ ਸਭ ਕੁਝ ਸਮੇਂ ਦੇ ਅੰਤਰਗਤ ਹੈ ਪਰ ਸਮੇਂ ਨੂੰ ਉਸ ਅਕਾਲ ਪੁਰਖ ਨੇ ਬਣਾਇਆ ਉਹਦੇ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਬਾਕੀ ਸਾਰੇ ਕਾਲ ਦਾ ਖਾਜਾ ਹਨ ਮੌਤ ਦਾ ਖਾਜਾ ਹਨ ਪਰ ਉਹ ਮੌਤ ਦਾ ਵੀ ਪਰਮੇਸ਼ਰ ਵਾਹਿਗੁਰੂ ਉੱਤੇ ਕੋਈ ਪ੍ਰਭਾਵ ਨਹੀਂ ਹੈ ਕਿਉਂਕਿ ਉਹਨੇ ਜਨਮ ਤੇ ਮਰਨ ਉਹਨੇ ਬਣਾਇਆ ਹੈ ਉਹ ਅਕਾਲ ਮੂਰਤ ਹੈ ਕਾਲ ਤੋਂ ਸਮੇਂ ਤੋਂ ਰਹਿਤ ਕਾਲ ਕਲੰਕਾਂ ਤੋਂ ਰਹਿਤ ਅਗਿਆਨ ਤੋਂ ਰਹਿਤ ਮੌਤ ਤੋਂ ਰਹਿਤ ਮੂਰਤ ਸਰੂਪ ਹੈ ਹਸਤੀ ਹੈ ਅਜੂਨੀ ਜੂਨੀਆਂ ਤੋਂ ਰਹਿਤ ਹੈ ਸੰਭਵ ਤੇ ਸਹਿ ਭੰਗ ਹੈ ਆਪਣੇ ਆਪ ਤੋਂ ਪ੍ਰਕਾਸ਼ ਸਰੂਪ ਹੈ ਕਾਲ ਅੰਧਕਾਰ ਦੀਪਾਈ ਇਹ ਭਾਈ ਕਾਲ ਇਹ ਕਲਯੁਗ ਦੇ ਸਮੇਂ ਵਿੱਚ ਜੋ ਅੰਧਕਾਰ ਹੈ ਅਗਿਆਨਤਾ ਦਾ ਹਨੇਰਾ ਹੈ ਇਸ ਵਿੱਚ ਉਸ ਅਕਾਲ ਮੂਰਤ ਅਜੂਨੀ ਸੰਭਵ ਪਰਮੇਸ਼ਰ ਵਾਹਿਗੁਰੂ ਜੀ ਨੇ ਗੁਰੂ ਰੂਪ ਧਾਰਨ ਕਰਕੇ ਸ਼ਬਦ ਦੇ ਦੀਵੇ ਦੁਆਰਾ ਦੀਪਾਈ ਪ੍ਰਕਾਸ਼ ਕੀਤਾ ਹੈ ਸਤਿਗੁਰ ਸ਼ਬਦਿ ਉਜਾਰੋ ਦੀਪਾ ਬਿਨਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ ਇਸ ਕਲਯੁਗ ਦੇ ਅੰਧਕਾਰ ਦੇ ਵਿੱਚ ਕਾਲੇ ਕੋਲੇ ਹਨੇਰੇ ਦੇ ਵਿੱਚ ਤੇ ਸੂਰਜ ਨਿਆਈ ਪ੍ਰਕਾਸ਼ ਧਾਰਨ ਕਰਕੇ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਸ਼ਬਦ ਦਾ ਦੀਵਾ ਬਾਲਿਆ ਇਸ ਕਾਲੇ
ਕਲਯੁਗ ਦੇ ਸਮੇਂ ਦੇ ਵਿੱਚ ਸ਼ਬਦ ਦਾ ਦੀਵਾ ਬਾਲਣਾ ਕੀਤਾ ਹੈ। ਤਾਂ ਹੀ ਆਖਿਆ ਜੇ 100 ਚੰਦਾ ਯੁਗਵੈ ਹੈ, ਸੂਰਜ ਚੜ੍ਹੈ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਸਾਹਿਬ ਜੀ ਨੇ ਪ੍ਰਕਾਸ਼ ਕੀਤਾ ਹੈ। ਅੰਤਰਜਾਮੀ ਜੀਵਨ ਕਾ ਦਾਤਾ। ਅੰਦਰ ਦੀ ਜਾਣਨ ਵਾਲਾ ਹੈ, ਅੰਤਰਜਾਮੀ ਹੈ ਪਰਮੇਸ਼ਵਰ ਵਾਹਿਗੁਰੂ। ਗੁਰੂ ਸਾਹਿਬ ਅੰਤਰਜਾਮੀ ਹਨ, ਜੀਵਨ ਕਾ ਦਾਤਾ। ਫਿਰ ਸਾਰੇ ਜੀਆਂ ਨੂੰ ਦਾਤਾਂ ਦੇਣ ਵਾਲਾ ਦਾਤਾ ਹੈ। ਦੇਖਤ ਤ੍ਰਿਪਤ ਅਗਹਾਈ। ਜਦੋਂ ਐਸੇ ਸਰੂਪ ਦੇ ਦਰਸ਼ਨ ਕਰੀਏ ਤੇ ਦੇਖਦਿਆਂ ਫਿਰ ਤ੍ਰਿਪਤੀ ਆ ਜਾਂਦੀ ਹੈ। ਅਗਾਈ ਰੱਜ ਜਾਈਦਾ ਹੈ, ਆਤਮ ਤ੍ਰਿਪਤੀ ਹੋ ਜਾਂਦੀ ਹੈ। ਤ੍ਰਿਪਤ ਲੋਕ ਦੇ ਪਦਾਰਥਾਂ ਵੱਲੋਂ ਵੀ ਰੱਜ ਜਾਈਦਾ ਹੈ। ਅਗਾਈ ਪ੍ਰਲੋਕ ਦੇ ਪਦਾਰਥਾਂ ਦੀ ਵੀ ਕੋਈ ਇੱਛਾ, ਕੋਈ ਵਾਸ਼ਨਾ ਨਹੀਂ ਰਹਿ ਜਾਂਦੀ, ਉਧਰੋਂ ਵੀ ਰੱਜ ਜਾਈਦਾ ਹੈ। ਤ੍ਰਿਪਤ ਮਨ ਕਰਕੇ ਵੀ ਰੱਜ ਜਾਈਦਾ ਹੈ, ਅਗਾਈ ਤਨ ਕਰਕੇ ਵੀ ਰੱਜ ਜਾਈਦਾ ਹੈ। ਏਕ ਓੰਕਾਰ ਨਿਰੰਜਨ ਨਿਰਭਉ। ਉਹ ਵਾਹਿਗੁਰੂ ਪਰਮੇਸ਼ਰ ਇੱਕ ਸਰੂਪ, ਇੱਕ ਓੰਕਾਰ ਸਰੂਪ ਹੈ, ਸਰਬ ਵਿਆਪਕ ਹੈ। ਨਿਰੰਜਨ, ਅੰਜਨ ਨਾਮ ਮਾਇਆ ਦਾ ਮੈਲ ਦਾ ਹੁੰਦਾ ਹੈ, ਤੇ ਨਿਰੰਜਨ ਨਾਮ ਹੈ ਮੈਲ ਤੋਂ ਰਹਿਤ, ਸੁੱਧ ਸਰੂਪ ਹੈ। ਨਿਰਭਉ, ਡਰ ਤੋਂ ਰਹਿਤ ਪਰਮੇਸ਼ਰ ਹੈ। ਸਭ ਜਲ ਥਲ ਰਹਿਆ ਸਮਾਈ। ਸਾਰਿਆਂ ਥਾਵਾਂ ਤੇ ਜਲ, ਪਾਣੀ ਦੇ ਵਿੱਚ ਵੀ, ਥਲ ਖੁਸ਼ਕ ਥਾਂ ਦੇ ਉੱਤੇ ਵੀ, ਰਹਿਆ ਸਮਾਈ, ਸਾਰਿਆਂ ਥਾਵਾਂ ਤੇ ਉਹ ਸਮਾ ਰਿਹਾ। ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਨੈ, ਜਲ ਥਲ ਮਹੀਲ ਸੋਏ। ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਣਹਾਰ, ਐਸਾ ਉਹ ਪਰਮੇਸ਼ਰ ਹੈ। ਸਭ ਜਲ ਥਲ ਰਹਿਆ ਸਮਾਈ, ਸਾਰਿਆਂ ਜਲਾਂ ਥਲਾਂ ਵਿੱਚ ਸਮਾ ਰਿਹਾ। ਤੇ ਜਲ ਦੀ ਨਿਆਈ ਜਿਹੜੇ ਪ੍ਰੇਮੀ ਹਨ, ਭਾਵਨਾ ਵਾਲੇ, ਉਹਨਾਂ ਵਿੱਚ ਵੀ ਸਮਾ ਰਿਹਾ। ਤੇ ਥਲ ਦੀ ਨਿਆਈ ਜਿਹੜੇ ਨਾਸਤਿਕ ਹਨ, ਖੁਸ਼ਕ ਹਨ, ਉਹਨਾਂ ਵਿੱਚ ਵੀ ਜੋਤ ਤਾਂ ਉਸੇ ਦੀ ਕੰਮ ਕਰਦੀ ਹੈ। ਤੋ ਸਾਰੇ ਥਾਵਾਂ ਤੇ, ਜਲ ਵਿੱਚ ਵੀ, ਖੁਸ਼ਕ ਥਾਂ ਤੇ ਵੀ ਸਮਾ ਰਿਹਾ ਹੈ। ਭਗਤ ਦਾਨ ਭਗਤਾਂ ਕਾ ਦੀਨਾ। ਮਹਾਰਾਜ ਕਹਿੰਦੇ ਉਸ ਪਰਮੇਸ਼ਵਰ ਵਾਹਿਗੁਰੂ ਜੀ ਨੇ ਆਪਣੇ ਭਗਤਾਂ ਨੂੰ ਆਪਣੀ ਭਗਤੀ ਦਾ ਦਾਨ ਦਿੱਤਾ ਹੋਇਆ। ਜਿੱਥੇ ਸਾਰੀ ਸ੍ਰਿਸ਼ਟੀ ਨੂੰ ਉਹ ਰੋਜੀ ਰੋਟੀ ਦੇ ਰਿਹਾ ਹੈ, ਸਾਰਿਆਂ ਨੂੰ ਸਵਾਸ ਦੇ ਰਿਹਾ ਹੈ, ਸਾਰਿਆਂ ਨੂੰ ਬੇਅੰਤ ਦਾਤਾਂ ਉਹ ਦੇ ਰਿਹਾ, ਉੱਥੇ ਵਿਸ਼ੇਸ਼ ਕਰਕੇ ਉਹਨੇ ਆਪਣੇ ਭਗਤਾਂ ਨੂੰ ਭਗਤੀ ਦਾ ਦਾਨ ਦਿੱਤਾ ਹੋਇਆ ਹੈ। ਹਰ ਨਾਨਕ ਜਾਚੈ ਮਾਈ। ਮਹਾਰਾਜ ਕਹਿੰਦੇ ਉਹ ਮਾਈ ਮਾਤਾ ਸਰੂਪ ਵੀ ਪਰਮੇਸ਼ਰ ਹੈ। ਜਿੱਥੇ ਉਹ ਪਿਤਾ ਸਰੂਪ ਹੈ, ਉੱਥੇ ਮਾਈ ਮਾਤਾ ਸਰੂਪ ਵੀ ਹੈ। ਤੇ ਹੇ ਹਰੀ ਮਾਤਾ ਸਰੂਪ, ਆਪ ਜੀ ਦੇ ਪਾਸੋਂ ਅਸੀਂ ਜਾਚੇ ਮੰਗਦੇ ਹਾਂ। ਅਸੀਂ ਵੀ ਭਗਤੀ ਦਾ ਦਾਨ ਹੀ ਮੰਗਦੇ ਹਾਂ। ਅਸੀਂ ਵੀ ਆਪ ਜੀ ਦੇ ਪਾਸੋਂ, ਆਪ ਜੀ ਦੇ ਦਰ ਦੇ ਭਿਖਾਰੀ ਹੋ ਕੇ ਨਾਮ ਦਾ ਦਾਨ ਮੰਗਦੇ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ। हे ਦਾਤਾ, ਆਪ ਕਿਰਪਾ ਕਰਕੇ ਸਾਨੂੰ ਨਾਮ ਦਾ ਦਾਨ ਦੇਣਾ ਕਰੋ। ਨਾਮ, ਆਪ ਮਾਈ ਮਾਤਾ ਸਰੂਪ ਹੋ, ਪਿਤਾ ਸਰੂਪ ਹੋ। ਤੇ ਮਾਈ, ਇਹ ਮਾਈ ਮਾਇਆ ਵੀ ਆਪ ਜੀ ਦੀ ਪੈਦਾ ਕੀਤੀ ਹੋਈ ਹੈ। ਸਾਰੀ ਮਾਇਆ ਦੇ ਵੀ ਤੁਸੀਂ ਮਾਲਕ ਹੋ। ਇਹ ਹਰੀ, ਅਸੀਂ ਆਪ ਜੀ ਦੇ ਪਾਸੋਂ ਜਾਚਕ ਬਣ ਕੇ ਜਾਚਦੇ ਹਾਂ, ਜਾਚਨਾ ਕਰਦੇ ਹਾਂ। ਜਾਚਕ ਮੰਗੈ ਦਾਨ ਦੇਹ ਪਿਆਰਿਆ, ਦੇਵਨ ਹਾਰ ਦਾ ਤਾਰ ਮੈਂ ਨਿਤ ਚਿਤਾਰਿਆ। ਨਿਖੁੱਟ ਨਾ ਜਾਈ ਮੂਲ ਅਤੁੱਲ ਭੰਡਾਰਿਆ, ਨਾਨਕ ਸਬਦੇ ਅਪਾਰ ਦਿਨ ਸਭ ਕਿਛ ਸਾਰਿਆ। ਇਹ ਵਾਹਿਗੁਰੂ, ਆਪ ਕਿਰਪਾ ਕਰਕੇ ਜਿੱਥੇ ਆਪਣੇ ਭਗਤਾਂ ਨੂੰ ਦਾਨ ਦਿੰਦੇ ਹੋ ਭਗਤੀ ਦਾ, ਸਾਨੂੰ ਵੀ ਆਪਣੀ ਭਗਤੀ ਦਾ, ਨਾਮ ਦਾ ਦਾਨ ਦੇਣਾ ਕਰੋ। ਇਹ 21 ਪਦਿਆਂ ਵਾਲਾ ਪਵਿੱਤਰ ਸ਼ਬਦ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਆਪਣੀ ਰਚਨਾ ਤੋਂ ਫਰਮਾਇਆ। ਗੁਰੂ ਜੀ ਦੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣੇ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਏਕ ਓੰਕਾਰ ਨਿਰੰਜਨ ਨਿਰਭਉ, ਸਭ ਜਲ ਥਲ ਰਹਿਆ ਸਮਾਈ। ਭਗਤ ਦਾਨ ਭਗਤਾਂ ਕਾ ਦੀਨਾ, ਹਰ ਨਾਨਕ ਜਾਚੈ ਮਾਈ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।